ਸਤਿ ਸ਼੍ਰੀ ਅਕਾਲ ਜੀ। ਸੋ ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ 'ਤੇ। ਜਿਵੇਂ ਕਿ ਤੁਹਾਨੂੰ ਵੀ ਪਤਾ ਕਿ ਅਸੀਂ ਦਰਸ਼ਨ ਬਾਰੇ ਪੜ੍ਹ ਰਹੇ ਹਾਂ, ਐਜੂਕੇਸ਼ਨ ਫਿਲੋਸਫੀ 'ਚ ਅੱਜ ਅਸੀਂ ਪਹਿਲੀ ਥਿਊਰੀ ਜਿਹੜੀ ਹੈ ਜੀ ਆਈਡੀਅਲਿਜ਼ਮ, ਜਿਹੜੀ ਕਿ ਬਹੁਤ ਇੰਪੋਰਟੈਂਟ ਹੈ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਆਦਰਸ਼ਵਾਦ। ਠੀਕ ਆ, ਦੇਖੋ ਆਈਡੀਅਲਿਜ਼ਮ, ਨੈਚੁਰਲਿਜ਼ਮ, ਠੀਕ ਆ, ਇਹ ਸਾਰੀਆਂ ਥਿਊਰੀਜ਼, ਹਿਊਮਨਿਜ਼ਮ ਅਸੀਂ ਪੜ੍ਹਾਂਗੇ ਸਟੈਪ ਬਾਏ ਸਟੈਪ। ਬਟ ਅਸੀਂ ਸਭ ਤੋਂ ਪਹਿਲਾਂ ਆਈਡੀਅਲਿਜ਼ਮ ਤੋਂ ਗੱਲ ਸਟਾਰਟ ਕਰਦੇ ਹਾਂ ਬਿਨਾਂ ਸਮਾਂ ਖਰਾਬ ਕਰੇ, ਬਿਕੋਜ਼ ਜਿਹੜੇ ਤਿੰਨ ਥਿੰਕਰਸ ਅਸੀਂ ਪੜ੍ਹਨੇ ਆ ਉਹ ਕਿਤੇ ਨਾ ਕਿਤੇ ਇਹਨਾਂ ਥਿਊਰੀਜ਼ ਦੇ ਵਿੱਚ ਹੀ ਰਹੇ। ਬੇਸ਼ੱਕ ਇਹ ਥਿਊਰੀਜ਼ ਜਿਹੜੀਆਂ ਨੇ ਇਹ ਵੈਸਟ ਦੀਆਂ ਥਿਊਰੀਜ਼ ਨੇ, ਮਤਲਬ ਕਿ ਇਹ ਸਾਡੇ ਇੰਡੀਆ ਦੀਆਂ ਲੋਕਲ ਥਿਊਰੀਜ਼ ਨਹੀਂ, ਬਟ ਇਹਨਾਂ ਥਿਊਰੀਜ਼ ਦੇ ਵਰਗਾ ਹੀ ਕੌਨਸੈਪਟ ਕਿਤੇ ਸਾਡੇ ਅੱਜ ਜਿਹੜੇ ਥਿੰਕਰਸ ਅਸੀਂ ਪੜ੍ਹਨੇ ਆ ਉਹਨਾਂ ਦਾ ਰਿਹਾ ਹੈ। ਖੈਰ, ਜਦੋਂ ਅਸੀਂ ਆਦਰਸ਼ਵਾਦ ਦੀ ਗੱਲ ਕਰੀਏ ਨਾ, ਤਾਂ ਆਦਰਸ਼ਵਾਦ ਯਾਨੀ ਕਿ ਆਈਡੀਅਲਿਜ਼ਮ ਜਿਹੜਾ ਹੈ ਉਹ ਬੇਸਿਕਲੀ ਦੋ ਵਰਡਸ ਤੋਂ ਮਿਲ ਕੇ ਬਣਿਆ ਹੈ। ਆਈਡੀਆ, ਜਿਹਦਾ ਮਤਲਬ ਆਪਣੇ ਆਪ 'ਚ ਵਿਚਾਰ, ਤੇ ਇਜ਼ਮ। ਠੀਕ ਆ, ਜਿਹੜਾ ਐਲ ਸ਼ਬਦ ਆ ਬੇਸਿਕਲੀ ਉਹ ਸਿਰਫ ਇੱਕ ਸਜਾਵਟ ਵਾਸਤੇ ਵਿੱਚ ਰੱਖਿਆ ਹੋਇਆ ਹੈ। ਠੀਕ ਆ, ਤਾਂ ਇੱਕ ਵਿਚਾਰ ਦੀ ਪ੍ਰਕਿਰਿਆ ਜਿਹੜਾ ਹੈ ਬੇਸਿਕਲੀ ਉਹ ਮਤਲਬ ਨਿਕਲ ਕੇ ਆਉਂਦਾ ਆਈਡੀਅਲਿਜ਼ਮ ਦਾ। ਤਾਂ ਆਈਡੀਅਲਿਜ਼ਮ, ਆਦਰਸ਼ਵਾਦ ਹੁੰਦਾ ਕੀ ਆ? ਦੇਖੋ, ਹਰ ਥਿਊਰੀ ਦੀ ਆਪਣੀ ਆਪਣੀ ਕੋਈ ਐਕਸਪਲੇਨੇਸ਼ਨ ਆ। ਆਈਡੀਅਲਿਜ਼ਮ ਜਿਹੜੀ ਥਿਊਰੀ ਹੈ ਨਾ ਫਿਲੋਸਫੀ ਦੀ, ਇਹਦੀ ਕਰਕਸ ਕੱਢਾਂ ਮੈਂ ਤਾਂ ਉਹ ਇੱਕੋ ਗੱਲ ਮੰਨਦੇ ਆ ਕਿ ਪਰਮਾਤਮਾ ਹੀ ਅੰਤਿਮ ਸੱਚਾਈ ਆ, ਅਖੀਰਲਾ ਸੱਚ ਪਰਮਾਤਮਾ ਹੈ। ਜਦੋਂ ਮੈਂ ਇਸ ਤੋਂ ਉਲਟ ਨੈਚੁਰਲਿਜ਼ਮ 'ਤੇ ਜਾਊਂਗਾ, ਕੁਦਰਤਵਾਦ 'ਤੇ ਜਾਊਂਗਾ, ਤਾਂ ਉਹ ਪਰਮਾਤਮਾ ਦੀ ਬਜਾਏ ਇਨਸਾਨ ਦੀ ਅਹਿਮੀਅਤ ਨੂੰ ਸੱਚ ਮੰਨ ਕੇ ਚੱਲਦੇ ਆ, ਉਹ ਇਨਸਾਨ ਦੇ ਖੁਸ਼ ਰਹਿਣ ਨੂੰ ਸੱਚ ਮੰਨ ਕੇ ਚੱਲਦੇ ਆ। ਇਹ ਕਹਿੰਦੇ ਆ ਕਿ ਇਸ ਜਨਮ 'ਚ ਕੁਛ ਨਹੀਂ ਧਰਿਆ ਹੋਇਆ। ਆਈਡੀਅਲਿਜ਼ਮ ਵਾਲੇ ਕਹਿੰਦੇ ਇਸ ਜਨਮ ਤੋਂ ਜਿੰਨੀ ਛੇਤੀ ਮੁਕਤੀ ਮਿਲਦੀ ਆ ਪ੍ਰਾਪਤ ਕਰੋ, ਤੇ ਉਸ ਜਨਮ ਦੀ ਗੱਲ ਕਰੋ ਜਿਹੜਾ ਇਸ ਜਨਮ ਤੋਂ ਬਿਯੋਂਡ ਆ ਜਾ ਕੇ। ਤਾਂ ਇਹ ਬੇਸਿਕ ਫਰਕ ਆ। ਜਿਹੜੇ ਇਸ ਥਿਊਰੀ ਦੇ ਫੋਲੋਅਰ ਹੋਣਗੇ ਨਾ, ਉਹ ਆਪਣੀ ਜ਼ਿੰਦਗੀ 'ਚ ਡਿਸਿਪਲਿਨ ਨੂੰ ਬਹੁਤ ਅਹਿਮੀਅਤ ਦੇਣਗੇ। ਨੈਚੁਰਲਿਜ਼ਮ ਦੇ ਫੋਲੋਅਰ ਜਿਹੜੇ ਹੋਣਗੇ ਉਹ ਖੁਸ਼ ਰਹਿਣ ਨੂੰ, ਉਹ ਇਨਸਾਨ ਨੂੰ ਇਸੇ ਜ਼ਿੰਦਗੀ 'ਚ ਸਾਰੇ ਆਨੰਦ ਮਾਣਨ ਨੂੰ ਲੈ ਕੇ ਬੜੇ ਖੁਸ਼ ਰਹਿਣਗੇ। ਸੋ ਇਹ ਬੇਸਿਕ ਥਿਊਰੀ ਆ। ਆਈਡੀਅਲਿਜ਼ਮ ਅੱਡ ਚੀਜ਼ ਆ। ਰਵਿੰਦਰਨਾਥ ਟੈਗੋਰ ਜਿਨ੍ਹਾਂ ਬਾਰੇ ਮੈਂ ਅਕਸਰ ਕਹਿੰਦਾ ਕਿ ਉਹਨਾਂ ਨੇ ਸ਼ਾਂਤੀ ਨਿਕੇਤਨ ਦਾ ਜਿਹੜਾ ਕੌਨਸੈਪਟ ਸੀ ਉਹ ਨੈਚੁਰਲਿਜ਼ਮ ਤੋਂ ਪ੍ਰਭਾਵਿਤ ਹੋ ਕੇ ਤਾਂ ਦਿੱਤਾ ਸੀਗਾ। ਪਰ ਸਾਨੂੰ ਇਹਨਾਂ ਥਿੰਕਰਸ ਬਾਰੇ ਇੰਨਾ ਕੁ ਪਤਾ ਹੋਣਾ ਚਾਹੀਦਾ ਹੈ, ਇਹ ਪਰਮਾਤਮਾ ਨੂੰ ਅਟੱਲ ਸੱਚ ਮੰਨਦੇ ਆ ਤੇ ਇਹ ਸਵੀਕਾਰ ਕਰਦੇ ਆ ਕਿ ਉਹੀ ਇਸ ਯੂਨੀਵਰਸ ਦਾ, ਇਸ ਬ੍ਰਹਿਮੰਡ ਦਾ ਕਰਤਾ ਧਰਤਾ ਹੈ, ਉਹਨੇ ਹੀ ਇਹ ਬ੍ਰਹਿਮੰਡ ਬਣਾਇਆ ਹੈ। ਉਹ ਇਸ ਸ਼ਬਦ 'ਚ ਬਹੁਤ ਵਿਸ਼ਵਾਸ ਕਰਦੇ ਆ। ਅੰਗਰੇਜ਼ੀ ਦਾ ਇੱਕ ਸ਼ਬਦ ਹੁੰਦਾ ਗੋਡ। ਜਿਹੜੇ ਆਈਡੀਅਲਿਸਟ ਲੋਕ ਹੁੰਦੇ ਆ ਨਾ, ਉਹ ਗੋਡ, ਪਰਮਾਤਮਾ 'ਚ ਬਹੁਤ ਵਿਸ਼ਵਾਸ ਕਰਦੇ ਆ। ਤੁਸੀਂ ਕਹੋਗੇ ਇਹ ਤਾਂ ਵੱਡੀ ਗੱਲ ਹੈ ਨਹੀਂ, ਬਹੁਤ ਵੱਡੀ ਗੱਲ ਹੈ ਜੀ। ਉਹ ਗੋਡ ਦਾ ਮਤਲਬ ਹੀ ਪਤਾ ਕੀ ਹੁੰਦਾ ਹੈ? ਜੀ ਫॉर ਜਨਰੇਟਰ, ਓ ਫॉर ਆਪਰੇਟਰ, ਤੇ ਡੀ ਫॉर ਡਿਸਟਰੋਇਰ। ਸੁਣਿਆ ਹੋਣਾ ਤੁਸੀਂ ਇਹਦੇ ਬਾਰੇ ਕਿ ਜੀ ਸ਼ਿਵ ਜੀ ਨੇ ਬ੍ਰਹਮਾ ਨੇ ਇਸ ਧਰਤੀ ਨੂੰ ਜਾਂ ਇਸ ਬ੍ਰਹਿਮੰਡ ਨੂੰ ਜਨਰੇਟ ਕੀਤਾ, ਵਿਸ਼ਨੂੰ ਜੀ ਮਹਾਰਾਜ ਨੇ ਇਹਨੂੰ ਆਪਰੇਟ ਕੀਤਾ ਹੈ ਜਾਂ ਆਪਰੇਟ ਕਰ ਰਹੇ ਨੇ, ਤੇ ਜਿਹੜੇ ਵਿੱਚ ਇਲਤੀ ਸਮਾਜਿਕ ਅਸਮਾਜਿਕ ਤੱਤ ਹੁੰਦੇ ਆ ਉਹਨਾਂ ਨੂੰ ਸ਼ਿਵ ਜੀ ਮਹਾਰਾਜ ਡਿਸਟਰੋਏ ਕਰ ਦਿੰਦੇ ਆ। ਸੋ ਗੋਡ ਸ਼ਬਦ ਬੇਸ਼ੱਕ ਅੰਗਰੇਜ਼ੀ ਦਾ ਹੈ, ਬਟ ਭਾਰਤ ਦੀ ਜਿਹੜੀ ਫਿਲੋਸਫੀ ਆ, ਦਰਸ਼ਨ ਦੀ, ਭਾਰਤ ਦਾ ਜਿਹੜਾ ਆਈਡੀਅਲਿਜ਼ਮ ਦਾ ਦਰਸ਼ਨ ਆ, ਠੀਕ ਆ ਨਾ, ਵਿਚਾਰ ਦਰਸ਼ਨ ਆ ਜਿਹੜਾ, ਉਹਦੇ 'ਚ ਫਿਲੋਸਫੀ ਜਾਂ ਇਹ ਸ਼ਬਦ ਜਿਹੜਾ ਬੜਾ ਸ਼ਾਨਦਾਰ ਤੇ ਬੜਾ ਰੈਲੀਵੈਂਟ ਆ। ਆਜੋ ਜੀ, ਹੁਣ ਮੈਂ ਇਸੇ ਆਈਡੀਅਲਿਜ਼ਮ ਬਾਰੇ, ਮੈਂ ਪਹਿਲਾਂ ਇਹਦੇ ਮੈਟਾਫਿਜ਼ਿਕਸ ਬਾਰੇ, ਐਪਿਸਟਮੋਲੋਜੀ ਬਾਰੇ, ਐਕਜ਼ੀਓਲੋਜੀ ਬਾਰੇ, ਠੀਕ ਆ, ਇਹਨਾਂ ਤਿੰਨਾਂ ਚੀਜ਼ਾਂ 'ਤੇ ਮੈਂ ਸਟੱਡੀ ਕਰੂੰਗਾ। ਫਿਰ ਮੈਂ ਇਹ ਦੱਸੂੰਗਾ ਕਿ ਆਈਡੀਅਲਿਜ਼ਮ ਦੇ ਅਕੋਰਡਿੰਗ ਤੁਹਾਡਾ ਕਰਿਕੂਲਮ, ਤੁਹਾਡਾ ਸਿਲੇਬਸ ਕੀ ਹੋਣਾ ਚਾਹੀਦਾ ਹੈ, ਆਈਡੀਅਲਿਜ਼ਮ ਦੇ ਅਕੋਰਡਿੰਗ ਟੀਚਰ ਤੇ ਸਟੂਡੈਂਟ ਦਾ ਰਿਲੇਸ਼ਨ ਕਿਵੇਂ ਦਾ ਹੋਣਾ ਚਾਹੀਦਾ ਹੈ। ਬਸ ਫਿਰ ਇਹ ਸਾਰਾ ਕੁਝ ਕਰਦੇ ਕਰਦੇ ਆਈਡੀਅਲਿਜ਼ਮ ਖਤਮ ਹੋ ਜਾਊਗਾ। ਠੀਕ ਆ, ਆਜੋ ਜੀ। ਹੁਣ ਕਹਿੰਦਾ ਜੀ ਆਈਡੀਅਲਿਜ਼ਮ ਦਾ ਜਿਹੜਾ ਸਭ ਤੋਂ ਪਹਿਲਾ ਕਰਤਾ ਧਰਤਾ ਸੀ ਉਹ ਅੱਜ ਤੋਂ ਤਕਰੀਬਨ ਨਾ ਕਰਦੇ 2300 ਸਾਲ ਪਹਿਲਾਂ ਹੋਇਆ। ਪਲੈਟੋ ਸੀਗਾ, ਜਿਹੜਾ ਕਿ ਸੁਕਰਾਤ ਦਾ ਚੇਲਾ ਸੀ। ਤੇ ਸੁਕਰਾਤ ਤੁਹਾਨੂੰ ਪਤਾ ਹੀ ਹੈ ਜੀ, ਸੁਕਰਾਤ ਦੇ ਚੇਲਾ ਜਿਨ੍ਹਾਂ ਨੂੰ ਬੱਬੂ ਮਾਨ ਜੀ ਜਿਹਦੇ ਬਾਰੇ ਆਪਣੇ ਗਾਣਿਆਂ 'ਚ ਬਹੁਤ ਜ਼ਿਕਰ ਕਰਦੇ ਆ। ਪਲੈਟੋ ਜਿਹੜਾ ਸੀਗਾ ਉਹਨੇ ਇਸ ਬ੍ਰਹਿਮੰਡ ਨੂੰ ਦੋ ਭਾਗਾਂ 'ਚ ਵੰਡਿਆ ਸੀਗਾ, ਥੋਟ ਵਰਲਡ ਐਂਡ ਮਟੀਰੀਅਲ ਵਰਲਡ। ਦੇਖੋ, ਥੋਟ ਵਰਲਡ ਉਹ ਜਿਹੜਾ ਇਸ ਦੁਨੀਆ ਤੋਂ ਪਰਲੀ ਦੁਨੀਆ, ਤੇ ਫਿਜ਼ੀਕਲ ਵਰਲਡ, ਮਟੀਰੀਅਲ ਵਰਲਡ ਕਿਹੜਾ? ਪਦਾਰਥਵਾਦੀ ਦੁਨੀਆ। ਕਿਹੜੀ? ਆਹ ਵਾਲੀ, ਜਿੱਥੇ ਪਦਾਰਥ ਦੀ ਅਹਿਮੀਅਤ ਬਹੁਤ ਆ, ਹਰ ਇਨਸਾਨ ਨੂੰ ਚੀਜ਼ ਬਣਾ ਕੇ ਤੋਲਿਆ ਜਾਂਦਾ ਹੈ। ਠੀਕ ਆ, ਉਹ ਇਹ ਮੰਨ ਕੇ ਚੱਲਦਾ ਸੀ ਕਿ ਜਿਹੜੇ ਵਿਚਾਰ ਨੇ ਉਹ ਕਦੇ ਵੀ ਨਾ ਖਤਮ ਹੋਣ ਵਾਲੇ ਨੇ। ਠੀਕ ਆ, ਅਨੰਤ ਨੇ ਤੇ ਕਦੇ ਵੀ ਚੇਂਜ ਨਹੀਂ ਹੋਣ ਵਾਲੇ। ਉਹ ਵਿਚਾਰਾਂ ਦੀ ਅਹਿਮੀਅਤ ਨੂੰ ਇੰਨੀ ਇੰਪੋਰਟੈਂਟ ਦਿੰਦਾ ਸੀਗਾ। ਇਸੇ ਕਰਕੇ ਕਹਿੰਦਾ ਸੀਗਾ ਕਿ ਥੋਟਸ, ਜਿਹੜੇ ਵਿਚਾਰ ਹੀ ਨੇ, ਉਹੀ ਅਖੀਰਲੀ ਸੱਚ ਆ, ਬਿਕੋਜ਼ ਉਹਦੇ ਅਕੋਰਡਿੰਗਲੀ ਪਰਮਾਤਮਾ ਨੇ ਸਭ ਕੁਝ ਬਣਾਇਆ ਹੋਇਆ ਸੀਗਾ। ਠੀਕ ਆ, ਉਹ ਜਿਹੜਾ ਆਈਡੀਅਲਿਜ਼ਮ, ਜਿਹੜਾ ਆਦਰਸ਼ਵਾਦ ਸੀ ਨਾ, ਉਹਦੇ ਆਦਰਸ਼ਵਾਦ ਦੀ ਇੱਕ ਖਾਸੀਅਤ ਸੀ, ਉਹ ਹਰ ਗੱਲ 'ਚ
ਇੱਕੋ ਹੀ ਗੱਲ ਨੂੰ ਲੈ ਕੇ ਆ ਰਿਹਾ ਸੀ ਕਿ ਪਰਮਾਤਮਾ ਦੁਆਰਾ ਹੀ ਇਸ ਸ੍ਰਿਸ਼ਟੀ ਦਾ ਨਿਰਮਾਣ ਕੀਤਾ ਗਿਆ ਹੈ, ਪਰਮਾਤਮਾ ਹੀ ਇਸ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਤੇ ਪਰਮਾਤਮਾ ਨੇ ਇਸ ਸ੍ਰਿਸ਼ਟੀ ਨੂੰ ਕਦੇ ਖਤਮ ਕਰ ਦੇਣਾ ਹੈ। ਉਹਦਾ ਜਿਹੜਾ ਆਦਰਸ਼ਵਾਦ ਸੀ ਨਾ, ਆਈਡਲਿਜ਼ਮ ਸੀ, ਉਹ ਬੜਾ ਨੈਤਿਕ ਜਿਹਾ ਆਈਡਲਿਜ਼ਮ ਸੀਗਾ। ਮਤਲਬ ਹਰ ਗੱਲਾਂ ਚੰਗਾਈ ਚੰਗਿਆਈ ਪਰਮਾਤਮਾ ਦੇ ਨਾਲ ਜੋੜ ਕੇ, ਇਸ ਕਰਕੇ ਬਹੁਤੇ ਲੋਕ ਨਾ ਉਹਦੇ ਆਈਡਲਿਜ਼ਮ ਨੂੰ ਮੋਰਲਿਸਟਿਕ ਆਈਡਲਿਜ਼ਮ ਵੀ ਕਹਿ ਕੇ ਬੁਲਾਉਂਦੇ ਆ। ਠੀਕ ਆ, ਤਾਂ ਇਸ ਓਬਵੀਅਸ ਜੀ ਗੱਲ ਆ, ਉਹਦੇ ਹਿਸਾਬ ਨਾਲ ਆਤਮਾ ਜਿਹੜੀ ਆ ਉਹੀ ਪ੍ਰੋਵਾਈਡੈਂਸ ਆ। ਪ੍ਰੋਵਾਈਡੈਂਸ ਮਤਲਬ ਜਿਹਨੇ ਇਸ ਦੁਨੀਆ ਨੂੰ ਸਭ ਕੁਝ ਦਿੱਤਾ ਹੋਇਆ ਹੈ। ਪੰਜਾਬੀ 'ਚ ਮੈਂ ਪ੍ਰੋਵਾਈਡੈਂਸ ਦੀ ਗੱਲ ਕਰਾਂ, ਦੇਣ ਵਾਲਾ ਮਤਲਬ ਖੁਦਾ, ਪਰਮਾਤਮਾ, ਰੱਬ, ਉਹ ਪ੍ਰੋਵਾਈਡੈਂਸ ਹੁੰਦਾ ਹੈ। ਉਹਦੇ ਹਿਸਾਬ ਨਾਲ ਆਤਮਾ ਜਿਹੜੀ ਆ ਉਹ ਇਸ ਪਰਮਾਤਮਾ ਦਾ ਹੀ ਹਿੱਸਾ ਹੈ। ਉਹਦੇ ਹਿਸਾਬ ਨਾਲ ਇਸ ਦੁਨੀਆ 'ਚ ਆਉਣ ਤੋਂ ਪਹਿਲਾਂ ਜਿਹੜੀ ਆਤਮਾ ਹੈ ਨਾ, ਉਹ ਦੂਸਰੀ ਦੁਨੀਆ 'ਚੋਂ ਆਈ ਆ, ਵਿਚਾਰਾਂ ਦੀ ਦੁਨੀਆ 'ਚੋਂ ਆਈ ਆ। ਠੀਕ ਆ ਨਾ, ਵਿਚਾਰ ਦੀ ਦੁਨੀਆ 'ਚੋਂ ਆਈ ਆ। ਇਸ ਦੁਨੀਆ ਤੋਂ ਜਿਹੜਾ ਪਰਲਾ ਯੁੱਗ ਆ, ਉਸ ਯੁੱਗ ਤੋਂ ਆਤਮਾ ਇਸ ਯੁੱਗ 'ਚ ਚੱਲ ਕੇ ਆਈ ਹੈ। ਸੋ ਉਹਦੇ ਹਿਸਾਬ ਨਾਲ ਜਿਹੜੀ ਆਤਮਾ ਹੈ ਨਾ, ਉਹਦਾ ਆਉਣ ਜਾਣ ਬਣਿਆ ਹੈ। ਜਦੋਂ ਇਸ ਦੁਨੀਆ 'ਚੋਂ ਆਤਮਾ ਚਲੇਗੀ, ਆਤਮਾ ਖਤਮ ਨਹੀਂ ਹੋਊਗੀ। ਨੈਚੁਰਲਿਸਟ ਸਗੋਂ ਇਹ ਵੱਲ ਮੰਨਦੇ ਆ ਕਿ ਆਤਮਾ ਵੀ ਡਿਸਟਰੋਏ ਹੋ ਜਾਂਦੀ ਹੈ ਬਾਅਦ 'ਚ, ਪਰ ਆਈਡਲਿਸਟ ਕਹਿੰਦੇ ਆ ਕਿ ਆਤਮਾ ਜਦੋਂ ਇਸ ਦੁਨੀਆ ਦੇ ਵਿੱਚੋਂ ਖਤਮ ਹੋ ਗਈ ਨਾ, ਮਟੀਰੀਅਲ ਵਰਲਡ ਦੇ ਵਿੱਚੋਂ ਜਦੋਂ ਆਤਮਾ ਖਤਮ ਹੋ ਗਈ, ਤਾਂ ਫਿਰ ਆਤਮਾ ਥਾਟਸ ਦੇ ਵਰਲਡ 'ਚ ਚਲੇ ਜਾਊਗੀ। ਇਹ ਆਈਡਲਿਸਟਾਂ ਦੀ ਮੇਨ ਗੱਲ ਆ। ਤੇ ਆਈਡਲਿਜ਼ਮ ਨੂੰ ਜਨਮ ਦੇਣ ਵਾਲਾ ਜਾਂ ਆਈਡਲਿਸਟ ਦੀ ਵਿਚਾਰਧਾਰਾ ਦਾ ਜਿਹੜਾ ਪਹਿਲਾ ਪੈਰੋਕਾਰ ਸੀਗਾ, ਉਹ ਸਾਡੇ ਪਲੈਟੋ ਸਾਹਿਬ ਸੀਗੇ। ਆ ਜਾਓ ਜੀ ਅੱਗੇ ਹੁਣ ਚੱਲਦੇ ਹਾਂ। ਉਸ ਤੋਂ ਬਾਅਦ ਸਿੱਧੀ ਛਾਲ ਮਾਰ ਕੇ ਆ ਜਾਓ ਇਸ ਮਾਡਰਨ ਵਰਲਡ 'ਚ, ਕਾਂਤ, ਐਮਐਲਯੂ ਕਾਂਤ। ਠੀਕ ਆ, ਇਹ ਵੀ ਟੈਲੈਂਟ ਦਾ ਦੂਜਾ ਨਾਮ ਹੀ ਸੀਗਾ। ਇਹਨੇ ਥੋੜਾ ਜਿਹਾ ਇਸ ਚੀਜ਼ ਤੋਂ ਥੋੜਾ ਜਿਹਾ ਉੱਪਰ ਉੱਠ ਕੇ ਇਹਨੇ ਇੰਟੈਲੈਕਟ ਦਾ ਮਤਲਬ ਡਿਬੇਟ ਨੂੰ, ਜਾਂ ਇੰਟੈਲੈਕਟ ਮਤਲਬ ਵਿਚਾਰਾਂ ਨੂੰ, ਡਿਸਕਸ਼ਨ ਨੂੰ, ਇੰਟੈਲੈਕਟ ਮਤਲਬ ਸਾਡੇ ਬੌਧਿਕ ਗਿਆਨ ਨੂੰ, ਮੈਂ ਸਹੀ ਬੋਲਾਂ ਤਾਂ ਬੌਧਿਕ ਗਿਆਨ ਨੂੰ, ਇਹਨੇ ਬੌਧਿਕ ਗਿਆਨ ਨੂੰ ਗਿਆਨ ਦਾ ਉਹ ਦੱਸਿਆ, ਮਤਲਬ ਕਿ ਖਜ਼ਾਨਾ ਦੱਸਿਆ। ਇਹਨੇ ਆਤਮਾ ਦੀ ਜਗ੍ਹਾ ਤੇ ਜ਼ਿਆਦਾ ਆਪਣੇ ਬੌਧਿਕ ਗਿਆਨ ਨੂੰ ਤਰਜੀਹ ਦਿੱਤੀ। ਠੀਕ ਆ, ਇਹਦੇ ਅਕੋਰਡਿੰਗ ਇੱਕ ਬੜੀ ਸੋਹਣੀ ਗੱਲ ਆ, ਬਹੁਤ ਇੰਪੋਰਟੈਂਟ ਆ। ਕਾਂਟ ਦੇ ਅਕੋਰਡਿੰਗ ਇੱਕ ਬਹੁਤ ਇੰਪੋਰਟੈਂਟ ਗੱਲ ਜਿਹੜੀ ਮੈਂ ਦੱਸਣਾ ਚਾਹੁੰਦਾ, ਉਹਨੇ ਕਿਹਾ ਕਿ ਜਿਹੜਾ ਗਿਆਨ ਆ ਨਾ, ਉਹ ਆਬਜੈਕਟ ਤੋਂ ਮਾਈਂਡ ਵੱਲ ਨਹੀਂ ਜਾਂਦਾ। ਜਿਹੜਾ ਗਿਆਨ ਆ ਉਹ ਮਾਈਂਡ ਤੋਂ ਆਬਜੈਕਟ ਵੱਲ ਨੂੰ ਜਾਂਦਾ ਹੈ। ਆਹ ਗੱਲ ਬਹੁਤ ਇੰਪੋਰਟੈਂਟ ਆ। ਹੁਣ ਇਸ ਗੱਲ 'ਚ ਬੜੇ ਕਨਫਿਊਜ਼ ਹੋਣਗੇ ਕਿ ਇੱਕ ਗਿਆਨ ਜਿਹੜਾ ਹੈ ਉਹ ਆਬਜੈਕਟ ਤੋਂ ਮਾਈਂਡ ਵੱਲ ਨਾ ਜਾਵੇ, ਗਿਆਨ ਮਾਈਂਡ ਤੋਂ ਆਬਜੈਕਟ ਵੱਲ ਕਿਵੇਂ ਜਾਊਗਾ। ਠੀਕ ਆ, ਇਹਦਾ ਮਤਲਬ ਇਹ ਆ ਕਿ ਜਦੋਂ ਤੱਕ ਕਿਸੇ ਵੀ ਚੀਜ਼ ਤੇ ਸਾਡਾ ਦਿਮਾਗ ਕੰਸਨਟਰੇਟ ਨਹੀਂ ਕਰੂਗਾ, ਉਦੋਂ ਤੱਕ ਉਸ ਚੀਜ਼ ਦੀ ਕੋਈ ਵੈਲਿਊ ਨਹੀਂ। ਹੁਣ ਧਿਆਨ ਨਾਲ ਸਮਝਿਓ, ਜਦੋਂ ਤੱਕ ਮਾਈਂਡ ਜਿਹੜਾ ਹੈ ਉਹ ਉਸ ਚੀਜ਼ ਤੇ ਨਹੀਂ ਜਾਊਗਾ, ਤਾਂ ਉਹਦਾ ਆਰਗਨ ਜਿਹੜਾ ਹੈ ਉਹ ਕਦੇ ਵੀ ਐਕਟੀਵੇਟਡ ਨਹੀਂ ਹੋਊਗਾ। ਹੁਣ ਸਪੋਜ਼ ਕਰੋ, ਮੇਰੇ ਹਿਸਾਬ ਨਾਲ ਇਹ ਕਾਂਤ ਦੀ ਗੱਲ ਨੂੰ ਸਮਝਾਉਣ ਦਾ ਇੱਕ ਬੜਾ ਬੈਸਟ ਤਰੀਕਾ ਹੈ। ਤੁਹਾਡੇ ਸਾਹਮਣੇ ਬਿਸਕੁਟ ਪਿਆ ਹੈ, ਠੀਕ ਹੈ ਜੀ, ਤੁਹਾਡੇ ਸਾਹਮਣੇ ਖੀਰ ਪਈ ਹੈ, ਤੇ ਇੱਕ ਤੁਹਾਡੇ ਸਾਹਮਣੇ ਸੁੱਕੀ ਰੋਟੀ ਪਈ ਹੈ ਸਬਜ਼ੀ ਨਾਲ, ਬਹੁਤ ਦੁਪਹਿਰ ਦੀ ਰੋਟੀ ਪਈ ਹੈ, ਰਾਤ ਦਾ ਟਾਈਮ ਆ, ਤੇ ਤੁਹਾਡੇ ਸਾਹਮਣੇ ਖੀਰ ਦੀ ਸ਼ਾਨਦਾਰ ਕੌਲੀ ਪਈ ਇੱਕ, ਭੁੱਖ ਲੱਗੀ ਹੋਈ ਆ, ਤੇ ਦਿਮਾਗ 'ਚ ਤੁਹਾਨੂੰ ਇਹ ਆ ਕਿ ਕੋਈ ਨਾ ਸਬਜ਼ੀ ਦੇ ਨਾਲ ਰੋਟੀ ਮਿਲ ਜੇ, ਪਰ ਖੀਰ 'ਚ ਮੇਵੇ ਆ, ਦਾਖਾਂ, ਕਾਜੂ, ਬਦਾਮ ਸਭ ਕੁਝ ਪਿਆ ਹੋਇਆ। ਹੁਣ ਇੱਕ ਗੱਲ ਇਹ ਆ ਕਿ ਜੇ ਤਾਂ ਕਾਂਤ ਦੇ ਅਕੋਰਡਿੰਗ ਕਹੀਏ ਕਿ ਬਈ ਜੇ ਤਾਂ ਆਬਜੈਕਟ ਦੀ ਕੁਆਲਿਟੀ ਦੇਖੀਏ ਤਾਂ ਖੀਰ ਦੀ ਕੌਲੀ ਜਿਹੜੀ ਆ ਘੱਟੋ ਘੱਟ 100 ਰੁਪਏ ਦੀ ਜਾਂ 50 ਰੁਪਏ ਦੀ ਹੋਊਗੀ, 50 ਦੀ ਮੰਨ ਲਓ। ਤੇ ਉਹ ਜਿਹੜੀ ਸੁੱਕੀ ਰੋਟੀ ਆ, ਸਿੰਪਲ ਜੀ ਰੋਟੀ, ਉਹਦੇ ਨਾਲ ਥੋੜੀ ਜੀ ਸਬਜ਼ੀ ਆ, ਸ਼ਾਇਦ ਉਹਦਾ ਰੇਟ ਬਾਜ਼ਾਰ 'ਚ 20 ਰੁਪਏ ਹੋਵੇ। ਜੇ ਤਾਂ ਆਬਜੈਕਟ ਵੱਲੋਂ ਚੀਜ਼ ਸਾਡੇ ਵੱਲ ਨੂੰ ਅਟਰੈਕਟ ਕਰਦੀ ਤਾਂ ਸ਼ਾਇਦ ਸਾਨੂੰ ਖੀਰ ਅਟਰੈਕਟ ਕਰਦੀ, ਬਟ ਇਸ ਟਾਈਮ ਸਾਡਾ ਦਿਮਾਗ ਕਹਿ ਰਿਹਾ ਕਿ ਇਸ ਖੀਰ ਦੀ ਬਜਾਏ ਖਾਣਾ ਜ਼ਿਆਦਾ ਵਧੀਆ ਹੈ, ਬਿਕੋਜ਼ ਭੁੱਖ ਉਹਦੀ ਲੱਗੀ ਹੋਈ ਹੈ। ਕਾਂਤ ਇਹੀ ਕਹਿੰਦਾ ਸੀਗਾ ਕਿ ਦਿਮਾਗ ਤੋਂ ਚੀਜ਼ ਜਿਹੜੀ ਆ ਆਬਜੈਕਟ ਵੱਲ ਜਾਂਦੀ ਹੈ, ਤੇ ਜੇ ਤੁਹਾਡਾ ਦਿਮਾਗ ਕਿਸੇ ਚੀਜ਼ ਵੱਲ ਨਾ ਗਿਆ, ਜਿਵੇਂ ਸਪੋਜ਼ ਕਰੋ ਇੱਥੇ ਦਿਮਾਗ ਸਾਡਾ ਕਿਹੜੀ ਚੀਜ਼ ਵੱਲ ਨਹੀਂ ਗਿਆ, ਖੀਰ ਵੱਲ, ਦਿਮਾਗ ਸਾਡਾ ਗਿਆ ਸੁੱਕੀ ਰੋਟੀ ਵੱਲ। ਜੇ ਦਿਮਾਗ ਸਾਡਾ ਖੀਰ ਦੀ ਬਜਾਏ ਸੁੱਕੀ ਰੋਟੀ ਵੱਲ ਜਾਊਗਾ, ਇਟ ਮੀਨਸ ਸੁੱਕੀ ਰੋਟੀ ਤੇ ਅਸੀਂ ਜ਼ਿਆਦਾ ਪਹਿਲਾਂ ਐਕਸ਼ਨ ਕਰਾਂਗੇ। ਆਜੋ ਆਹੀ ਗੱਲ ਲਿਖੀ ਆ, ਕਹਿੰਦਾ ਜਦੋਂ ਤੱਕ ਦਿਮਾਗ ਕਿਸੇ ਚੀਜ਼ ਵੱਲ ਨਹੀਂ ਜਾਂਦਾ, ਉਦੋਂ ਤੱਕ ਤੁਹਾਡੇ ਸਰੀਰ ਦਾ ਅੰਗ, ਇੱਥੇ ਤੁਹਾਡੇ ਸਰੀਰ ਦਾ ਅੰਗ ਕਿਹੜਾ, ਹੱਥ, ਉਦੋਂ ਤੱਕ ਤੁਹਾਡਾ ਹੱਥ ਜਿਹੜਾ ਏ ਉਸ ਚੀਜ਼ ਵੱਲ ਜਾਣ ਵਾਸਤੇ ਐਕਟੀਵੇਟ ਨਹੀਂ ਹੋਊਗਾ। ਇਹ ਮੈਂ ਨਹੀਂ ਕਹਿ ਰਿਹਾ, ਇਹ ਗਿਆਨ ਮੈਂ ਨਹੀਂ ਵੰਡਿਆ, ਇਹ ਗਿਆਨ ਵੰਡਿਆ ਸਾਡੇ ਕਾਂਤ ਸਾਹਿਬ ਨੇ। ਆ ਜਾਓ ਉਹਦੇ ਅਕੋਰਡਿੰਗ ਉਹਨੇ ਇੱਕ ਗੱਲ ਬੜੀ ਕਲੀਅਰ ਕੀਤੀ ਸੀਗੀ, ਉਹਨੇ ਕਿਹਾ ਸੀਗਾ ਕਿ ਨੌਲੇਜ ਜਿਹੜੀ ਆ ਉਹ ਸਾਡੇ ਸਰੀਰ ਦੇ ਅੰਗਾਂ ਤੋਂ ਖਿਲਰਦੀ ਆ, ਡਿਸਮੈਂਟੀਵੇਟ ਹੁੰਦੀ ਆ, ਤੇ ਉਹਦੇ ਇਸੇ ਹੀ ਆਈਡਲਿਜ਼ਮ ਦੇ ਸਿਧਾਂਤ ਨੂੰ ਅਸੀਂ ਇੰਟੈਲੈਕਚੁਅਲ ਆਈਡਲਿਜ਼ਮ ਕਿਹਾ ਸੀਗਾ। ਪੇਪਰ 'ਚ ਆ ਸਕਦਾ ਕਿ ਇੰਟੈਲੈਕਚੁਅਲ ਆਈਡਲਿਜ਼ਮ, ਠੀਕ ਆ,
मतलब ये कि दिमाग की खेड आ सारी, ठीक है वो भी आदर्शवादी आ, बस फर्क ये आ कि वो आत्मा की जगह ते किहड़ी चीज़ नूं स्टैंडर्ड मन के चल रहा कि दिमाग की खेड आ सारी, ठीक है। वो नॉलेज नूं इंपॉर्टेंस दिंदा है कि किसी चीज़ बारे ज्ञान आ जिहड़ा वो तय करता है कि असीं वो काम करना है कि नहीं, किसी ऑब्जैक्ट नूं हत्थ 'च फड़ना है कि नहीं फड़ना, ये सारा साडी नॉलेज ते डिपेंड करता है। इट मीनस जिस टाइप के आइडलिज्म की गल वो करदा सी वो इंटलैक्चुअल आइडलिज्म सीगा। ये गल आ जो बड़ी इंपॉर्टेंट आ जाओ। हैगल इस तो बाद जिहड़ा सीगा हेजल वो इस तो तीसरे नंबर का सीगा, ठीक है। उन्हें एक गल बड़ी क्लीयर की, उन्हें ये कहता कि ही एक्सैप्टेड इंडिपेंडेंट अथॉरिटी ऑफ माइंड एंड मैटर बोथ, ठीक है। ਉਹਦੇ अकॉर्डिंग एक गल बड़ी क्लीयर सीगी कि परमात्मा ही सब कुछ सारिया चीज़ों का क्रिएटर आ, ठीक है। तीन जाणिया की थ्योरी तो मैनू आइडलिज्म च पढ़नी पैनी है, ठीक है। जिहड़ा हैजल सीगा उन्हें कहा सी कि माइंड जानी कि सॉल जिन्हों आत्मा ਜਾਂ दिमाग कहांगे ते मैटर दोवां चीज़ों की अपनी वक्री होंद आ, ठीक है। दोवां चीज़ों की अपनी वक्री होंद आ। ਉਹਦੇ अकॉर्डिंग द मोस्ट सुप्रीम फॉर्म ऑफ सॉल इज गॉड एंड दैट इज़ द क्रिएटर ऑफ द वर्ल्ड। उन्हें साफ तो स्पष्ट इस गल नूं मैंशन किया सीगा कि परमात्मा ही सब कुछ चीज़ का सर्वश्रेष्ठ है, उन्हें ही सब कुछ पैदा किया है। पर वो बारे एक गल बड़ी क्लीयर है जी मैं दसना चाहना कि उहदे अकॉर्डिंग जिन्नी इंपॉर्टेंट आत्मा है उन्ना ही अकॉर्डिंग इंपॉर्टेंट साडे वास्ते मैटर आ। मैटर का मतलब साडा बौद्धिक ज्ञान जो साडे कोल इस टाइम हैगा है। ये तिन्ने बंदे आइडलिज्म दे मतलब कि कह लो कि मेन करता धरता सीगे जिन्हां ने आइडलिज्म नूं लैके काफ़ी काम किया। तो वो अपनियां गल्लां नूं लैके क्लीयरली स्पष्ट सीगा वो मैटर दी ते माइंड दी दोवां दी इंपॉर्टेंस नूं इक्वली मन के चलदा सी। ਉਹਦੇ आइडलिज्म नूं असीं एब्सोल्यूट आइडलिज्म कहांगे, ठीक है। तिन्नां दी बारे मैं गल दसती कि कांत दी की सोच सी, हैजल की सोच सी, तो उस तो पहला प्लेटो की सोच सी। सो सब तो पहला मैं तुहानू आइडलिज्म का ये दसिया कि बेसिकली आइडलिज्म की एलीमेंटरी सोच की है, आइडलिज्म का जिहड़ा एलीमेंटरी कॉन्सैप्ट की है। तो तुहानू पता किसी भी थ्योरी के एलीमेंटरी कॉन्सैप्ट नूं समझना ही उहदे मैटाफिजिक्स नूं समझना हुंदा है। किसी भी थ्योरी के एलीमेंटरी कॉन्सैप्ट नूं समझना ही उहदा मैटाफिजिक्स हुंदा है। सो सब तो पहला मैं आइडलिज्म का मैटाफिजिक्स समझाया तुहानू। हुण मैं समझाउण की कोशिश करूँगा आइडलिज्म की एपिस्टोमोलॉजी, मतलब ये पिछे की लॉजिक आ, किवें करना की होऊगा, ये पिछे की रिसर्च की है, ठीक है। जदों असीं कल्ला मैटाफिजिक्स बारे देखते हैं ना, मैटाफिजिक्स बेसिकली बस दो तीन मेन सवाल होंदे आ कि ये थ्योरी क्यों आ, ठीक है, तो ये एवें क्यों आ, ये आ क्यों आ चीज़ क्यों आ, ये चीज़ एवें किवें आ, इहदा आ की फायदा है, ये पिछे की लॉजिक आ। ये हुंदी आ एपिस्टोमोलॉजी। एक्सियोलॉजी हुंदी आ कि इस थ्योरी के अकॉर्डिंग की करना चाहिए है, की नहीं करना चाहिए, जे आ करना चाहिए तो क्यों करना चाहिए, जे आ नहीं करना चाहिए तो क्यों नहीं करना चाहिए। हर थ्योरी दियां तिन्ने गल्लां मैटाफिजिक्स ਉਹਦੀ एपिस्टोमोलॉजी तो ਉਹਦੀ एक्सियोलॉजी तिन्ने चीज़ां जे तुसीं पढ़दियां तो कहानी क्लीयर है तुहाडी आलमोस्ट। आ जाओ जी हुण अगे, हुण मैं एपिस्टोमोलॉजी के अकॉर्डिंग चलदा कि ये की है। देखो बड़े ध्यान नाल समझण की कोशिश करियो। प्लेटो के अकॉर्डिंग डिवाइन सिस्टम ऑफ थॉट्स एंड नॉलेज ऑफ नेचर ऑफ सॉल प्रोविडेंस इज एक्चुअली नॉलेज ही हैज़ डिवाइडेड। ये तो बिल्कुल सेम गल आ, ठीक है, कोई बहुत ज़्यादा वो नहीं हैगी। हुण ध्यान नाल समझियो। सब तो पहला गल मैं ये स्पष्ट करदा कि जदों असीं तर्क की गल करदे हां, लॉजिक की गल करते हैं, प्लेटो ने किवें आइडलिज्म की थ्योरी नूं जस्टिफाई किया। प्लेटो कहंदा कि जिहड़ा नॉलेज हुंदी है ना बेसिकली उन्हें नॉलेज नूं तीन हिस्सियां च वंडिया। कहंदा एक तां नॉलेज हुंदी है ऑर्गन रिलेटेड, एक हुंदी है ओपीनियन रिलेटेड ते एक हुंदी है मैਡੀਟੇਸ਼ਨ ਦੇ रिलेटेड। ऑर्गन के रिलेटेड, ओपीनियन के रिलेटेड, ठीक है, ये तिन्ने प्रकार की नॉलेज चों उस बंदे ने इस मैਡੀਟੇਸ਼ਨ के रिलेटेड जी नॉलेज आ, जिवें आपां जिहड़ी नॉलेज ध्यान तो प्राप्त होंदी है सानू उस चीज़ नूं सब तो सही मन्निया। कहंदा ऑब्जैक्ट रिलेटेड जां ऑर्गन रिलेटेड नॉलेज जिहड़ी आ ये बदलती रहंदी आ। बिकॉज एक गल देखो ना, कोई भी ऑर्गन आ जां शरीर का कोई भी अंग आ जां वैसे ही कोई ऑर्गन आ, ऑर्गनस नाल रिलेटेड कामकार समय नाल उन्हां दी प्रवृत्ति बदलती रहंदी है। कहंदा ये चीज़ बदल सकती है। किसी चीज़ प्रति थोड़े विचार वो बदले जा सकते हैं, ठीक है। विचारों तो बनी हुई फिलोसफी कदे भी बदल सकती है, ठीक है। थोड़ा किसी चीज़ को लैके ओपीनियन अज कुछ होर हो सकता है तो कल कुछ होर। इट मीनस ओपीनियन नाल रिलेटेड जिहड़ा तुहाडा ज्ञान आ वो भी कल नूं बदल सकता है।
ਔਰਗਨ ਨਾਲ ਰਿਲੇਟਡ ਬਿਆਨ ਵੀ ਬਦਲ ਸਕਦਾ, ਬਿਕੋਜ਼ ਸਪੋਜ਼ ਕਰੋ ਅੱਜ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਕਾਰ ਤੇ ਬਹਿ ਕੇ ਉੱਥੇ ਜਾਣਾ ਕਿਉਂਕਿ ਕਾਰ ਹੀ ਤੁਹਾਨੂੰ ਉੱਥੋਂ ਤੱਕ ਲੈ ਕੇ ਜਾਣ ਦਾ ਸਹੀ ਸਾਧਨ ਆ, ਤੇ ਕੱਲ ਨੂੰ ਤੁਹਾਡੇ ਕੋਲ ਜਹਾਜ਼ ਹੋਵੇ ਤਾਂ ਤੁਸੀਂ ਕਾਰ ਵਰਗੀ ਚੀਜ਼ ਨੂੰ ਖਾਰਜ ਕਰ ਦਿਓ। ਇਟ ਮੀਨਸ ਔਰਗਨਸ ਨਾਲ ਰਿਲੇਟਡ ਕਿਸੇ ਜਗ੍ਹਾ ਤੇ ਕਿਸੇ ਚੀਜ਼ ਨੂੰ ਕੋਈ ਨੌਲੇਜ ਤੁਹਾਡੀ ਕਦੇ ਵੀ ਖਾਰਜ ਹੋ ਸਕਦੀ ਆ। ਓਪੀਨੀਅਨ ਨਾਲ ਰਿਲੇਟਡ ਨੌਲੇਜ ਵੀ ਕਦੀ ਖਾਰਜ ਹੋ ਸਕਦੀ ਹੈ, ਪਰ ਹਾਂ ਜੋ ਤੁਸੀਂ ਮੈਡੀਟੇਸ਼ਨ ਤੋਂ ਪ੍ਰਾਪਤ ਕਰਦੇ ਹੋ, ਧਿਆਨ ਤੋਂ ਪ੍ਰਾਪਤ ਕਰਦੇ ਹੋ, ਅਧਿਆਤਮਕ ਜਾਂ ਧਿਆਨ ਜਿਹਨੂੰ ਆਪਾਂ ਮੈਡੀਟੇਸ਼ਨ ਨੂੰ ਧਿਆਨ ਹੀ ਕਹਿੰਦੇ ਆ, ਧਿਆਨ ਤੋਂ ਜੋ ਵੀ ਕੁਝ ਪ੍ਰਾਪਤ ਹੁੰਦਾ ਉਹ ਕਦੇ ਨਹੀਂ ਬਦਲਦਾ, ਉਹ ਹਮੇਸ਼ਾ ਅਜਰ ਅਮਰ ਹੈ। ਯਾਦ ਰੱਖਿਓ ਜਿਹੜੀ ਚੀਜ਼ ਇਟਰਨਲ ਆ, ਜਿਹੜੀ ਚੀਜ਼ ਕਦੇ ਬਦਲਣੀ ਨਹੀਂ, ਕਦੇ ਡਿਸਟਰੋਏ ਨਹੀਂ ਹੋਣੀ, ਠੀਕ ਆ, ਜਿਹੜੀ ਚੀਜ਼ ਕਦੇ ਚੇਂਜ ਨਹੀਂ ਹੋਣੀ, ਅਨਚੇਂਜੇਬਲ ਆ, ਉਹੀ ਚੀਜ਼ ਆਈਡਲਿਸਟਿਕ ਆ। ਇਸੇ ਕਰਕੇ ਮੈਡੀਟੇਸ਼ਨ ਰਿਲੇਟਡ ਨੌਲੇਜ ਨੂੰ ਉਹ ਔਰਗਨ ਰਿਲੇਟਡ ਨੌਲੇਜ ਤੇ ਓਪੀਨੀਅਨ ਰਿਲੇਟਡ ਨੌਲੇਜ ਤੋਂ ਹਮੇਸ਼ਾ ਉੱਪਰ ਰੱਖਦਾ ਸੀਗਾ। ਇਹੀ ਇਹਦੀ ਐਪਿਸਟੋਮੋਲੋਜੀ ਆ, ਇਹੀ ਇਹਨੇ ਇਹਦੇ ਲਈ ਲੌਜਿਕ ਦਿੱਤਾ ਹੈ। ਕਹਿੰਦਾ ਔਰਗਨ ਰਿਲੇਟਡ ਨੌਲੇਜ ਵੀ ਬਦਲ ਸਕਦੀ ਆ, ਜੋ ਇਸ ਦੁਨੀਆ 'ਚ ਪ੍ਰੈਜ਼ੈਂਟ ਆ, ਜਿਹੜੇ ਔਰਗਨਸ ਇਸ ਦੁਨੀਆ 'ਚ ਪ੍ਰੈਜ਼ੈਂਟ ਆ ਉਹਨਾਂ ਨੂੰ ਲੈ ਕੇ ਤੁਹਾਡੇ ਵਿਚਾਰ ਕਦੇ ਵੀ ਬਦਲ ਸਕਦੇ ਆ। ਜਿਹੜੀ ਚੀਜ਼ ਅੱਜ ਤੁਹਾਡੇ ਵਾਸਤੇ ਇੰਪੋਰਟੈਂਟ ਆ, ਕੀ ਪਤਾ ਕੱਲ੍ਹ ਨੂੰ ਤੁਹਾਡੇ ਵਾਸਤੇ ਉਹ ਇਰਰੈਲੀਵੈਂਟ ਹੋ ਜੇ। ਤੁਹਾਡੇ ਓਪੀਨੀਅਨ ਕਿਸੇ ਵੀ ਗੱਲ ਨੂੰ ਲੈ ਕੇ, ਤੁਹਾਡੇ ਓਪੀਨੀਅਨ ਲੜਾਈ ਨੂੰ ਲੈ ਕੇ, ਤੁਹਾਡੇ ਓਪੀਨੀਅਨ ਸੱਚ ਬੋਲਣ ਨੂੰ ਲੈ ਕੇ, ਤੁਹਾਡੇ ਓਪੀਨੀਅਨ ਝੂਠ ਬੋਲਣ ਨੂੰ ਲੈ ਕੇ, ਤੁਹਾਡੇ ਓਪੀਨੀਅਨ ਕਿਸੇ ਦੀ ਸੇਵਾ ਕਰਨ ਨੂੰ ਲੈ ਕੇ, ਤੁਹਾਡੇ ਓਪੀਨੀਅਨ ਵੀ ਵਿਦ ਰੈਫਰੈਂਸ ਹੁੰਦੇ ਆ। ਕੀ ਪਤਾ ਕਈ ਵਾਰੀ ਸਾਨੂੰ ਕਿਸੇ ਨੂੰ ਬਚਾਉਣ ਵਾਸਤੇ ਝੂਠ ਬੋਲਣਾ ਪੈ ਜੇ, ਤਾਂ ਫਿਰ ਸਾਡਾ ਸੱਚ ਹੀ ਹਮੇਸ਼ਾ ਬੋਲਣਾ ਚਾਹੀਦਾ। ਇਹ ਓਪੀਨੀਅਨ ਸਾਡਾ ਖਾਰਜ ਹੋ ਗਿਆ ਨਾ ਇੱਥੇ। ਇਟ ਮੀਨਸ ਓਪੀਨੀਅਨ ਰਿਲੇਟਡ ਨੌਲੇਜ ਵੀ ਕਦੇ ਵੀ ਬਦਲ ਸਕਦੀ ਆ, ਪਰ ਜਿਹੜੀ ਚੀਜ਼ ਕਦੇ ਨਹੀਂ ਬਦਲਦੀ ਦੈਟ ਇਜ਼ ਮੈਡੀਟੇਸ਼ਨ ਰਿਲੇਟਡ ਨੌਲੇਜ। ਇਸ ਕਰਕੇ ਮੈਡੀਟੇਸ਼ਨ ਰਿਲੇਟਡ ਨੌਲੇਜ ਹੀ ਅਖੀਰਲਾ ਸੱਚ ਆ। ਉਹ ਮੈਂ ਨਹੀਂ ਕਿਹਾ, ਪਲੇਟੋ ਨੇ ਕਿਹਾ ਹੈ। ਆ ਜਾਓ ਹੁਣ ਪੜ੍ਹੀਏ ਆਪਾਂ ਇਹਨੂੰ, ਬਿਕੋਜ਼ ਹੁਣ ਕਹਾਣੀ ਤਾਂ ਕੁਛ ਰਹਿ ਹੀ ਨਹੀਂ ਗਈ। ਕਹਿੰਦਾ ਔਰਗਨ ਰਿਲੇਟਡ ਨੌਲੇਜ ਫਾਲਸ ਆ। ਜਿਹੜੀ ਨੌਲੇਜ ਸਾਨੂੰ ਆਬਜੈਕਟਸ ਤੋਂ ਮਿਲਦੀ ਆ, ਜਾਂ ਜਿਹੜੀਆਂ ਆਬਜੈਕਟਸ ਤੋਂ ਮਿਲਦੀ ਆ, ਜਾਂ ਜਿਹੜੇ ਕੰਮ ਸਾਡੇ ਇਹ ਅੰਗ ਕਰਦੇ ਆ, ਕੀ ਪਤਾ ਅੱਜ ਜਿਹੜਾ ਕੰਮ ਸਾਡੇ ਇਹਨਾਂ ਅੰਗਾਂ ਨੇ ਕੀਤਾ, ਕੱਲ੍ਹ ਨੂੰ ਉਹ ਕੰਮ, ਮੈਂ ਉਹੀ ਗੱਲ ਦੱਸੀ ਸੀ ਨਾ ਕਾਰ ਦੀ ਐਗਜ਼ਾਮਪਲ, ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਲਈ ਅੱਜ ਜੇ ਅਸੀਂ ਕਾਰ ਨੂੰ ਲੈ ਕੇ ਲੜ ਰਹੇ ਹਾਂ, ਕੀ ਪਤਾ ਕੱਲ੍ਹ ਨੂੰ ਉਹ ਸਾਡੇ ਵਾਸਤੇ ਇਰਰੈਲੀਵੈਂਟ ਹੋ ਜੇ। ਠੀਕ ਆ, ਅਸੀਂ ਸਾਡੇ ਸਰੀਰ ਦੇ ਅੰਗਾਂ ਤੋਂ ਜਿਹੜਾ ਕੰਮ ਅਸੀਂ ਅੱਜ ਕੀਤਾ, ਕੀ ਪਤਾ ਉਹੀ ਕੰਮ ਕੱਲ ਨੂੰ ਸਾਡੇ ਵਾਸਤੇ ਇਰਰੈਲੀਵੈਂਟ ਹੋ ਜੇ, ਜਾਂ ਉਸੇ ਕੰਮ ਨੂੰ ਅੱਜ ਸਾਰੇ ਲੋਕ ਸਰਾਹ ਰਹੇ ਹੋਣ, ਕੱਲ ਨੂੰ ਉਸੇ ਕੰਮ ਨੂੰ ਸਾਰੇ ਲੋਕ ਗਲਿਆ ਰਹੇ ਹੋਣ, ਗਾਲਾਂ ਕੱਢ ਰਹੇ ਹੋਣ। ਇਟ ਮੀਨਸ ਔਰਗਨ ਰਿਲੇਟਡ ਯਾਨੀ ਕਿ ਆਬਜੈਕਟ ਰਿਲੇਟਡ ਨੌਲੇਜ ਚੇਂਜੇਬਲ ਆ, ਉਹ ਝੂਠੀ ਆ, ਉਹ ਕਦੇ ਵੀ ਬਦਲ ਸਕਦੀ ਆ। ਸੇਮ ਇਜ਼ ਦਾ ਕਨਸੈਪਟ ਵਿਦ ਓਪੀਨੀਅਨ ਰਿਲੇਟਡ ਨੌਲੇਜ, ਉਹ ਵੀ ਬਦਲ ਸਕਦੀ ਆ। ਪਰ ਕਹਿੰਦਾ ਮੈਡੀਟੇਸ਼ਨ ਰਿਲੇਟਡ ਨੌਲੇਜ ਉਹੀ ਅਖੀਰਲਾ ਸੱਚ ਆ। ਠੀਕ ਆ, ਵਿਚਾਰ ਦੇ ਰੂਪ 'ਚ ਹੁੰਦੀ ਆ, ਵਿਚਾਰ ਕਦੇ ਬਦਲ ਨਹੀਂ ਸਕਦੇ, ਉਹੀ ਅਖੀਰਲਾ ਸੱਚ ਆ। ਇਸ ਕਰਕੇ ਪਲੇਟੋ ਨੇ ਉਸੇ ਟਾਈਪ ਦੀ ਨੌਲੇਜ ਤੇ ਹੀ ਧਿਆਨ ਦਿੱਤਾ ਹੈ। ਠੀਕ ਆ, ਸੋ ਆਹ ਚੀਜ਼ ਸਭ ਤੋਂ ਇੰਪੋਰਟੈਂਟ ਆ। ਇਸ ਤਰੀਕੇ ਤੇ ਗੱਲ ਕਰਨ ਵਾਸਤੇ ਇੱਕ ਅਮਰੀਕਨ ਫਿਲੋਸਫਰ ਹੋਰ ਸੀਗਾ ਬਰਕਲੇ, ਉਹਨੇ ਵੀ ਮਾਈਂਡ ਨੂੰ ਜਾਂ ਆਤਮਾ ਨੂੰ ਹੀ ਸਭ ਤੋਂ ਵੱਡਾ ਸੱਚ ਦੱਸਿਆ ਹੈ। ਸੋ ਕੁੱਲ ਮਿਲਾ ਕੇ ਜੇ ਮੈਂ ਗੱਲ ਕਰਾਂ ਤਾਂ ਲੌਜਿਕ ਦੀ ਗੱਲ ਕਰਾਂ ਤਾਂ ਆਈਡਲਿਜ਼ਮ ਦੀ ਜਿਹੜੀ ਲੌਜੀਕਲ ਰੀਜ਼ਨਿੰਗ ਹੈ ਇਹਦੇ ਮਗਰ ਦੀ, ਉਹ ਇਹੀ ਆ ਕਿ ਜੀ ਮੈਡੀਟੇਸ਼ਨ ਰਿਲੇਟਡ ਨੌਲੇਜ ਹੀ ਸੱਚ ਆ, ਉਹੀ ਸਭ ਨੂੰ ਗਿਆਨ ਦੀ ਪ੍ਰਾਪਤੀ ਕਰਾਉਂਦੀ ਆ, ਉਹੀ ਸਾਨੂੰ ਮੁਕਤੀ ਪ੍ਰਾਪਤ ਕਰਾਉਂਦੀ ਆ। ਇਸ ਤੋਂ ਉਲਟ ਓਪੀਨੀਅਨ ਰਿਲੇਟਡ ਨੌਲੇਜ ਤੇ ਔਰਗਨਸ ਰਿਲੇਟਡ ਨੌਲੇਜ ਬਿਲਕੁਲ ਖਾਰਜ ਕੀਤੀ ਜਾ ਸਕਦੀ ਆ, ਉਹਦਾ ਕੋਈ ਬਹੁਤਾ ਕੰਮ ਨਹੀਂ। ਹੁਣ ਆਪਾਂ ਗੱਲ ਕਰਦੇ ਹਾਂ ਐਕਸੀਓਲੋਜੀ ਐਂਡ ਐਥਿਕਸ ਜਾਂ ਐਕਸੀਓਲੋਜੀ। ਇਹਦਾ ਮਤਲਬ ਇਹ ਆ ਕਿ ਅਕੋਰਡਿੰਗ ਟੂ ਆਈਡਲਿਜ਼ਮ, ਆਦਰਸ਼ਵਾਦ ਦੇ ਅਕੋਰਡਿੰਗ ਕਿਹੜੇ ਕਿਹੜੇ ਕਰਮ ਕਰਨ ਯੋਗੇ ਆ, ਕਿਹੜੇ ਕਿਹੜੇ ਕਰਮ ਨਹੀਂ ਕੀਤੇ ਜਾ ਸਕਦੇ, ਕਿਉਂ ਨਹੀਂ ਕੀਤੇ ਜਾ ਸਕਦੇ, ਕੀ ਕੀਤਾ ਜਾ ਸਕਦਾ ਤੇ ਕਿਵੇਂ ਕੀਤਾ ਜਾ ਸਕਦਾ ਹੈ। ਇਹਦੇ 'ਚ ਵੀ ਲੌਜਿਕ ਪੜ੍ਹਦੇ ਆਪਾਂ ਐਕਸੀਓਲੋਜੀ 'ਚ, ਪਰ ਇਹਦੇ 'ਚ ਲੌਜਿਕ ਪੜ੍ਹਦੇ ਆ ਕਿਉਂ ਕਰਨਾ, ਕਿਵੇਂ ਕਰਨਾ ਤੇ ਕਿਉਂ ਨਹੀਂ ਕਰਨਾ ਤੇ ਕਿਵੇਂ ਨਹੀਂ ਕਰਨਾ, ਇਹੀ ਐਕਸੀਓਲੋਜੀ ਆ। ਠੀਕ ਆ, ਹੁਣ ਆ ਜਾਓ ਇਹਦੇ 'ਚ ਪੜ੍ਹਨ ਦੀ ਕੋਸ਼ਿਸ਼ ਕਰਦੇ ਆਪਾਂ। ਕਹਿੰਦਾ ਪਲੂਟੋ ਦੇ ਅਕੋਰਡਿੰਗ ਇਨਸਾਨ ਦਾ ਮਕਸਦ ਕੀ ਆ, ਕੀ ਕਰਨਾ ਚਾਹੀਦਾ ਇਨਸਾਨ ਨੂੰ। ਐਕਸੀਓਲੋਜੀ ਪੜ੍ਹ ਰਹੇ ਹੁਣ ਆਪਾਂ ਆਈਡਲਿਜ਼ਮ ਦੀ। ਉਹਦੇ ਅਕੋਰਡਿੰਗ ਸੈਲਫ ਰੀਅਲਾਈਜੇਸ਼ਨ, ਬੰਦੇ ਨੂੰ ਆਤਮ ਚਿੰਤਨ ਸਭ ਤੋਂ ਵੱਧ ਜ਼ਰੂਰੀ ਆ। ਆਈਡਲਿਜ਼ਮ ਦੀ ਗੱਲ ਹੀ ਇਹ ਆ। ਜੇ ਤੁਸੀਂ ਕਹੋਗੇ ਮੈਨੂੰ ਇਹ ਕਹਿ ਦੋਗੇ ਕਿ ਬਈ ਬਿਨਾਂ ਪੜ੍ਹੇ ਇਹ ਦੱਸੋ ਕਿ ਨੈਚੁਰਲਿਜ਼ਮ 'ਚ ਕੀ ਕਰਨਾ ਚਾਹੀਦਾ ਹੈ, ਨੈਚੁਰਲਿਜ਼ਮ 'ਚ ਦੀ ਐਕਸੀਓਲੋਜੀ ਪਤਾ ਕੀ ਹੋਊਗੀ, ਬੰਦੇ ਨੂੰ ਆਪਣੇ ਆਪ ਨੂੰ ਹੈਪੀ ਰੱਖਣਾ ਚਾਹੀਦਾ ਹੈ, ਖੁਸ਼ ਰੱਖਣਾ ਚਾਹੀਦਾ ਹੈ। ਬਿਕੋਜ਼ ਤੁਸੀਂ ਇੱਕ ਵਾਰੀ ਥਿਊਰੀ ਨੂੰ ਸਮਝ ਲਓ ਕਿ ਥਿਊਰੀ ਕੀ ਕਹਿ ਰਹੀ ਆ, ਉਹਦੇ ਅਕੋਰਡਿੰਗ ਹੀ ਤੁਸੀਂ ਉਹਦਾ ਮੈਟਾਫਿਜ਼ਿਕਸ ਸਮਝ ਸਕਦੇ ਹੋ। ਮੈਟਾਫਿਜ਼ਿਕਸ ਉਹਦੀ ਐਲੀਮੈਂਟਰੀ ਨੌਲੇਜ, ਉਹਦੇ ਅਕੋਰਡਿੰਗ ਹੀ ਤੁਸੀਂ ਉਹਦੀ ਐਪਿਸਟੋਮੋਲੋਜੀ ਸਮਝ ਸਕਦੇ ਹੋ ਕਿ ਇਹਦੇ ਪਿੱਛੇ ਦਾ ਲੌਜੀਕਲ ਰੀਜ਼ਨਿੰਗ ਕੀ ਹੈ। ਉਹਦਾ ਹੀ ਬਾਅਦ 'ਚ ਤੁਸੀਂ ਐਕਸੀਓਲੋਜੀ ਸਮਝ ਸਕਦੇ ਹੋ ਉਹਦੀ ਕਿ ਇਸ ਆਈਡੀਓਲੋਜੀ ਦੇ ਅਕੋਰਡਿੰਗ ਕੀ ਕਰਨਾ ਚਾਹੀਦਾ ਹੈ। ਆਹ ਤਿੰਨ ਗੱਲਾਂ ਦੇ ਜਵਾਬ ਆ ਗਏ ਤਾਂ ਸਮਝ ਲਓ ਕਿ ਇੱਕ ਥਿਊਰੀ ਨੂੰ ਲੈ ਕੇ ਤੁਹਾਡੀ ਕਰਕਸ ਜਿਹੜੀ ਇੱਕ ਥਿਊਰੀ ਨੂੰ ਲੈ ਕੇ ਤੁਹਾਡੀ ਜਿਹੜੀ ਸੋਚ ਆ ਨਾ ਉਹ ਬਣ ਗਈ। ਉਸ ਤੋਂ ਬਾਅਦ ਉਹ ਜਿਹੜੇ ਥਿੰਕਰ ਦੀ ਥਿਊਰੀ ਆ ਉਹਦੇ 'ਚ ਫਿੱਟ ਕਰ ਦਿਓ ਜਾ ਕੇ।
घट्टो घट्ट सानू ये सारे शब्द पता लग जान, फिर इस तो बाद तुसी कुछ भी वधिया लैवल का जिहड़ा है पढ़ सकते हो। वैसे मैं तुहानू इदां करूँगा, चैट बॉक्स च इहदियां रैफरेंस बुक्स जिहड़ियां ने वो भी पवा दूंगा मैं, बिकॉज जे तुसी तुहाडे कोल फ्री टाइम होया, वैसे मैं हमेशा एक सलाह दूंगा कि ज़्यादा चक्करां च पैण दी बाड़ी लोड़ नहीं, आपां नूं तंग ही होवांगे, बट फिर भी चलो बाकी जिन्नी क नॉलेज आपां नूं इत्थे हैगी आ मोर दैन सफिशेंट आ। ठीक है, आ जाओ जी हुण अगे। कहंदा ये सैल्फ रियलाइजेशन जिहड़ी आ अटेन करन दे वास्ते किहड़ियां 3 वैल्यूज़ ने, एक सत्यम, एक शिवम, एक सुंदरम। ठीक है, सो सत्यम शिवम सुंदरम ते ज़्यादा फोकस किया जाना चाहिए है। ठीक है, मॉरल लाइफ वास्ते बंदे नूं अपनियां जिहड़ियां वर्चूज़ ने, ठीक है, जिहड़ियां उहदे वास्ते जरूरी ने, किहड़े काम ने जिहड़े बहुत ज़्यादा जरूरी ने जे तुसीं आइडलिज्म के अकॉर्डिंग मुक्ति प्राप्त करनी है, सैल्फ रियलाइजेशन प्राप्त करना है। बिकॉज मैं एक्जियोलॉजी पढ़ रहा ना, तो एक्जियोलॉजी च असीं पढ़ते की हैं भला कि ये आइडियोलॉजी के अकॉर्डिंग किहड़े कर्मा करने वाले आ, किहड़े कर्मा नहीं करने वाले। याद मैं कल दसी सी गल वर्केबल कर्मास ते नॉन वर्केबल कर्मास, क्या करना चाहिए ते क्या नहीं करना चाहिए। ठीक है, तो असल च की आ 4 वर्चुअस जिहड़े एसेंशियल ने, जरूरी ने साडी जिंदगी वास्ते। पहला अपने आप ते कंट्रोल काबू, दूजा पेशेंस धीरज बनाए रखना, तीजा ज्ञान, तो चौथा जस्टिस। किसी नाल भी अन्याय नहीं करना, आपां किसी नाल भी धक्का नहीं करना, अन्याय नहीं करना। जे तुसी आ 4 सिद्धांत प्राप्त कर ले तो समझ लो कि तुसी सैल्फ रियलाइजेशन कर ली। ठीक है, बिना वजह तो अपना कंट्रोल गवा देना, बिना वजह तो भटकना, पेशेंस ना रखना, ज्ञान घट होना, ते किसे ते स्कीमां पाउंदे फिरना, ये सारियां चीज़ां जिहड़ियां ने ये जे तुहाडे च आ चीज़ां आ गईयां तो समझ लो तुसी सैल्फ रियलाइजेशन वाल वध रहे हो। यही 4 क्वालिटीज़ ने, यही चारों चीज़ां ने जिहड़ियां किसी भी बंदे नूं किधर नूं लैके जांदियां, सत्यम शिवम एंड सुंदरम वाल, मतलब एट दी एंड ऑफ द डे सैल्फ रियलाइजेशन वाल। होर मैं डूंगी गल कवां सैल्वेशन वाल, होर पंजाबी च कवां मुक्ति प्राप्त हो जाती है। तो असल च बंदे का मकसद भी की होंदा है, मुक्ति प्राप्त करना ही होंदा है। ठीक है, सो बेसिकली जो असीं सत्यम शिवम सुंदरम की गल करते हैं तो साडा कंसैप्ट सत्यम शिवम सुंदरम का भी है ही है। ठीक है ना, सो यही कंसैप्ट सब तो मेन आ कि परमात्मा ही सर्वशक्तिमान है, परमात्मा ही अखीरला सच है, तो परमात्मा तो हसीन कुछ भी नहीं। जे असीं इस थ्योरी वाल जाना है जिहड़ी साडी संस्कृत च लिखी हुई, साडे वेदां च लिखी हुई थ्योरी आ वेदंता है। वेदंता का मतलब जिथे जाके वेदां का निचोड़ निकल के आउंदा है। वैसे मैं एक गल दसां, ये वैस्ट दी थ्योरी है ना जिहड़ी आइडलिज्म, ये साडे जिहड़ा सनातन धर्म आ जिहदी शुरुआत असीं अज तो तकरीबन ना करदे भी 3500 साल पहला मनदे आ, ये सेम आइडलिज्म की थ्योरी उही आ। तो तुहानूं पता प्लेटो अज तो 2300 साल पहला आया, तो साडे ऋषि मुनि जिन्हां ने ये आइडलिज्म की थ्योरी का वेदंता वर्जन दिता, ये भला कदों दिता? तुहाडे चों कईयां नूं पता होना कि 2000 साल पहला आ साडी सदी शुरू हुई आ, इस तो 1000 साल पहला तकरीबन अज तो 3000 साल पहला साडे वेद लिखे गए हैं। अज तो तकरीबन 3500 साल पहला असी ऋग्वेद लिखिया, तो अज तो तकरीबन 3000 साल पहला साडे अथर्ववेद अथर्ववेद ते सामवेद लिखे गए हैं। इन्हां 4 वेदां दे बाद असी क्रक्स इन्हां 4 वेदां दी एक्सप्लेनेशन वास्ते असी ब्रह्ममानस वर्गियां किताबां लिखियां। ब्रह्ममानस मतलब एक्सप्लेनेटरी बुक्स ऑन वेदास। फिर उन्हां दा निचोड़ कढ़िया ऋषि मुनियां ने जंगलों च जाके, उन्हां नूं कहा अरैंकास। फिर उस तो बाद की होया, उन्हां अरैंकास ते उन्हां ब्रह्ममानस दा निचोड़ जिहड़ा सी बच्चिआं नूं पढ़ाउण वास्ते कढ़िया उपनिषद च। उत्थे उपनिषद से आ गए वेदां दा सिद्धांत जिहड़ा है वो नुचड़ गया, पूरा निचोड़ कढ़ता, उसे नूं वेदंता कहंदे आ। यही जिहड़ा वेदंता दा कॉन्सैप्ट आ किते ना किते इसे वेदंता दे कॉन्सैप्ट तो प्रभावित आ, जिहड़ी उस तो 600-700 साल बाद प्लेटो आइडलिज्म की गल करदा है। थ्योरी बेशक वैस्ट दी है, बट साडे वेदंता नाल, साडे सत्यम शिवम सुंदरम नाल परमात्मा ही सर्वशक्तिमान है, परमात्मा ही सच है, परमात्मा ही सुंदरम है, सब तो सोहनी रूप है उसका। ठीक है, ठीक है, ये सारा कॉन्सैप्ट साडा उत्थों उन्होंने ने साडे तो चक्या होया है। खैर आ जाओ जी अगे। हुण जे मैनू कोई कहे कि आ तो मेन गल हो गई, देखो जे तुहानूं इत्थों तक गल समझ आ गई ना तो समझ लो अगला सारे दा सारी कहानी टाइम पास आ। हुण कि आइडलिज्म के अकॉर्डिंग ये मेन फंडामेंटल प्रिंसीपल्स की ने, जे मैं इन्हां दी गल करन लग पिया इन्हां 'च तां कुछ भी नहीं कड्ढण पाउण नूं हुण, पर गल तां मेन क्रक्स उही सी जो मैं तुहानूं दसदा कि किसी थ्योरी का जे हुण मैं अगलियां 3 थ्योरियां पढ़ाउणियां है, जे तुसीं हर थ्योरी का मैटाफिजिक्स, हर थ्योरी दी एपिस्टोमोलॉजी ते हर थ्योरी दी एक्जियोलॉजी समझ ली ना, तो समझ लो तुसी वो थ्योरी समझ ली बस।
ਇਹੀ ਅਖੀਰਲਾ ਸੱਚ ਆ। ਠੀਕ ਆ ਜੀ, ਸੋ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਅੱਗੇ ਮੂਵ ਕਰਦੇ ਆ। ਕਹਿੰਦਾ ਜੀ ਆਈਡਲਿਜ਼ਮ ਦੇ ਫੰਡਾਮੈਂਟਲ ਪ੍ਰਿੰਸੀਪਲਸ, ਯੂਨੀਵਰਸ ਇਜ਼ ਕ੍ਰੀਏਟਡ ਬਾਈ ਗੋਡ। ਮੈਨੂੰ ਲੱਗਦਾ ਨਹੀਂ ਕਿ ਇਸ 'ਚ ਮੈਂ ਕੀ ਪੜਾਵਾਂ। ਪਲਾਟੋ ਦੇ ਅਕੋਰਡਿੰਗ ਪਰਮਾਤਮਾ ਜਿਹੜਾ ਹੈ ਉਹੀ ਸਰਵ ਸ਼ਕਤੀਮਾਨ ਆ, ਉਸੇ ਨੂੰ ਹੀ ਪ੍ਰਜ਼ਰਵੈਂਸ ਦਾ ਨਾਮ ਦਿੱਤਾ ਹੈ ਜਿਨਨੇ ਇਹ ਸਾਰਾ ਕੁਝ ਬਣਾ ਕੇ ਰੱਖਿਆ ਹੋਇਆ ਹੈ। ਠੀਕ ਆ, ਪ੍ਰੋਵਾਈਡੈਂਸ ਵੀ ਉਹੀ ਆ ਜਿਨਨੇ ਸਭ ਕੁਝ ਸਾਨੂੰ ਦਿੱਤਾ ਹੋਇਆ ਹੈ। ਤਾਂ ਮੁੱਕ ਦੀ ਗੱਲ ਆ, ਗੋਡ ਆ ਜਿਹਨੇ ਸਾਰੀ ਦੁਨੀਆ ਕ੍ਰੀਏਟ ਕੀਤੀ ਆ, ਤੇ ਕਿਤੇ ਵੀ ਕਿਹਦੇ ਅਕੋਰਡਿੰਗ ਆ, ਥਰੂ ਥਾਟਸ, ਵਿਚਾਰਾਂ ਦੇ ਅਕੋਰਡਿੰਗ। ਠੀਕ ਆ, ਵਿਚਾਰ ਦੇ ਅਕੋਰਡਿੰਗ। ਠੀਕ ਆ, ਇਸ ਤੋਂ ਉਲਟ ਜੇ ਆਪਾਂ ਹੈਗਲ ਦੀ ਗੱਲ ਕਰੀਏ, ਉਹਨੇ ਆਤਮਾ ਦੇ ਨਾਲ ਨਾਲ ਮੈਟਰ ਜੋ ਇੱਥੇ ਐਗਜ਼ਿਸਟ ਕਰਦਾ ਹੈ ਉਹਨੂੰ ਵੀ ਉਨੀ ਇੰਪੋਰਟੈਂਟ ਦਿੱਤੀ ਆ। ਪਰ ਇੱਕ ਗੱਲ ਯਾਦ ਰੱਖਿਓ, ਉਹਦੀ ਗੱਲ ਇਹੀ ਆ, ਕਹਿੰਦਾ ਯਾਦ ਬੜੀ ਸਰੀਰ ਗੱਲ ਆ, ਉਹ ਮੈਟਰ ਨੂੰ ਵੀ ਉਨੀ ਇੰਪੋਰਟੈਂਟ ਨਹੀਂ ਦਿੰਦਾ। ਮੈਟਰ ਦਾ ਮਤਲਬ ਸਰੀਰ ਨੂੰ ਵੀ ਉਨੀ ਇੰਪੋਰਟੈਂਟ ਦਿੰਦਾ। ਪਰ ਇੱਕ ਗੱਲ ਯਾਦ ਰੱਖਿਓ, ਉਹ ਇੱਕ ਗੱਲ ਪੱਕੀ ਕਹਿੰਦਾ ਸੀਗਾ, ਕਹਿੰਦਾ ਸੁਪਰ ਮਾਈਂਡ ਪਰਮਾਤਮਾ ਜਿਹੜਾ ਹੈ ਉਹਨੇ ਹੀ ਇਹ ਮੈਟਰ ਪੈਦਾ ਕੀਤਾ ਹੋਇਆ ਹੈ। ਬੇਸ਼ੱਕ ਉਹ ਮੈਟਰ ਦੀ, ਬੋਡੀ ਦੀ, ਹਿਊਮਨ ਦੀ ਗੱਲ ਕਰਦਾ ਹੈ, ਇਸ ਫਿਜ਼ੀਕਲ ਵਰਲਡ ਦੀ ਗੱਲ ਕਰਦਾ ਹੈ, ਬਟ ਉਹ ਇਸ ਫਿਜ਼ੀਕਲ ਵਰਲਡ ਦੀ ਪ੍ਰੈਜ਼ੈਂਸ ਵਾਸਤੇ ਪਰਮਾਤਮਾ ਨੂੰ ਹੀ ਜ਼ਿੰਮੇਵਾਰ ਠਹਿਰਾਉਂਦਾ ਹੈ। ਤੁਸੀਂ ਕਹੋਗੇ ਜਿਹੜਾ ਬੰਦਾ ਇਸ ਫਿਜ਼ੀਕਲ ਵਰਲਡ ਦੀ ਗੱਲ ਕਰਦਾ ਉਹ ਆਈਡਲਿਸਟ ਕਿਵੇਂ ਹੋ ਸਕਦਾ ਹੈ, ਉਹ ਆਦਰਸ਼ਵਾਦੀ ਕਿਵੇਂ ਹੋ ਸਕਦਾ? ਕਿਉਂ ਨਹੀਂ ਹੋ ਸਕਦਾ? ਜੋ ਇਸ ਦੁਨੀਆ ਦੀ ਉਤਪਤੀ ਵਾਸਤੇ ਪਰਮਾਤਮਾ ਨੂੰ ਹੀ ਜ਼ਿੰਮੇਵਾਰ ਠਹਿਰਾਊਗਾ, ਫਿਰ ਉਹ ਆਦਰਸ਼ਵਾਦੀ ਕਿਉਂ ਨਹੀਂਗਾ ਭਾਈ? ਇਸ ਕਰਕੇ ਉਹ ਆਦਰਸ਼ਵਾਦੀ ਆ। ਠੀਕ ਆ, ਪਰ ਹਾਂ ਜਿਸ ਤਰੀਕੇ ਦਾ ਉਹ ਆਦਰਸ਼ਵਾਦੀ ਆ ਉਹਨੂੰ ਮੈਂ ਇੰਟੈਲੈਕਚੁਅਲ ਆਦਰਸ਼ਵਾਦੀ ਕਹੂੰਗਾ, ਬਿਕੋਜ਼ ਉਹ ਬੌਧਿਕਤਾ ਦੀ ਅਹਿਮੀਅਤ ਨੂੰ ਸਮਝਦਾ ਹੈ। ਠੀਕ ਆ, ਨੈਕਸਟ ਅੱਗੇ ਆ ਗਿਆ। ਆ ਦੇਖੋ ਦੂਜੀ ਗੱਲ, ਆ ਹੁਣ ਮੈਂ ਕੀ ਸਮਝਾਵਾਂ ਕਿ ਜਿਹੜਾ ਅਧਿਆਤਮਕ ਵਰਲਡ ਆ, ਸਪਿਰਿਚੁਅਲ ਵਰਲਡ ਆ, ਇਸ ਦੁਨੀਆ ਤੋਂ ਪਰਾਂ ਦੀ ਦੁਨੀਆ ਜਿਹੜੀ, ਉਹੀ ਕਹਿੰਦਾ ਇਸ ਪਦਾਰਥਵਾਦੀ ਦੁਨੀਆ ਤੋਂ ਉੱਚੀ ਆ, ਸੁਪੀਰੀਅਰ ਆ। ਠੀਕ ਆ, ਇਸ ਪਦਾਰਥਵਾਦੀ ਦੁਨੀਆ ਤੋਂ, ਇਸ ਤੋਂ ਪਰਲਾ ਹੀ ਦੁਨੀਆ ਜਿਹੜੀ ਵਿਚਾਰਾਂ ਦੀ ਦੁਨੀਆ ਹੈ, ਜਿਹੜੀ ਅਧਿਆਤਮਕ ਦੁਨੀਆ ਹੈ, ਉਹ ਸਰਵਸ਼੍ਰੇਸ਼ਟ ਆ। ਸੋ ਆਹ ਤਾਂ ਮੈਂ ਦੱਸਣ ਦੀ ਲੋੜ ਹੀ ਨਹੀਂ। ਪਲੈਟੋ ਵੀ ਇਹੀ ਕਹਿੰਦਾ ਸੀ ਕਿ ਇੱਕ ਇਸ ਤੋਂ ਪਰਾਂ ਦੀ ਦੁਨੀਆ ਹੈ ਜਿਹਨੂੰ ਅਧਿਆਤਮਕ ਦੁਨੀਆ ਕਹਾਂਗੇ, ਇੱਕ ਅੱਜ ਦਾ ਫਿਜ਼ੀਕਲ ਵਰਲਡ ਆ। ਉਹਦੇ ਹਿਸਾਬ ਨਾਲ ਜਿਹੜੀ ਸਪਿਰਿਚੁਅਲ ਦੁਨੀਆ ਹੈ ਉਹ ਅਜਰ ਆ, ਨਾ ਉਹ ਬਦਲ ਸਕਦੀ ਆ, ਅਮਰ ਆ, ਨਾ ਉਹ ਬਦਲ ਸਕਦੀ ਆ, ਉਹੀ ਸੱਚ ਆ। ਤੇ ਓਬਵੀਅਸ ਹੀ ਗੱਲ ਆ, ਜਿਹੜਾ ਅੱਜ ਦਾ ਮੈਟਰ ਆ, ਅੱਜ ਦਾ ਇਨਸਾਨ ਆ, ਅੱਜ ਦਾ ਫਿਜ਼ੀਕਲ ਵਰਲਡ ਆ, ਇਹ ਕਦੇ ਵੀ ਨਾਸ਼ ਹੋ ਸਕਦਾ ਹੈ, ਇਹ ਬਦਲ ਵੀ ਸਕਦਾ ਹੈ। ਇਸ ਕਰਕੇ ਇਹ ਝੂਠਾ ਹੈ ਤੇ ਇਹਦੇ ਦੁਆਰਾ ਬਣਾਈ ਗਈ ਹਰ ਚੀਜ਼ ਝੂਠੀ ਆ। ਇਸ ਕਰਕੇ ਜਲਦੀ ਜਲਦੀ ਇਸ ਦੁਨੀਆ ਚੋਂ ਆਪਣੀ ਮੁਕਤੀ ਪ੍ਰਾਪਤ ਕਰੋ ਤੇ ਦੂਜੀ ਦੁਨੀਆ 'ਚ ਜਾਣ ਦੀ ਟਿਕਟ ਕਟਾਓ। ਠੀਕ ਆ, ਜੇ ਇਹਨਾਂ ਦੀ ਗੱਲ ਆਪਾਂ 15-20 ਮਿੰਟ ਸੁਣਦੇ ਰਹੇ ਨਾ, ਤੇ ਤੁਸੀਂ ਇਹ ਸਮਝ ਲਓ, ਇਹ ਨਾ ਹੋਵੇ ਕਿ ਲੈਕਚਰ ਸੁਣਨ ਤੋਂ ਬਾਅਦ ਸਾਡਾ ਇਹ ਵਿਚਾਰ ਬਣ ਜਾਏ ਕਿ ਇੱਦਾਂ ਕਰਦੇ ਆ, ਬਾਕੀ ਗੱਲਾਂ ਛੱਡੋ, ਮੁਕਤੀ ਪ੍ਰਾਪਤ ਕਰ ਲੈਂਦੇ ਆ। ਠੀਕ ਆ, ਇਹ ਨਾ ਫਿਲੋਸਫਰ ਹੁੰਦੇ ਆ, ਸੌਰੀ ਟੂ ਸੇ, ਬਟ ਫਿਰ ਵੀ ਇਹਨਾਂ ਜੇ ਕੋਈ ਮੈਨੂੰ ਪੁੱਛੇ ਨਾ ਕਿ ਫਿਲੋਸਫਰ ਦੀ ਡੈਫੀਨੇਸ਼ਨ ਦਿਓ, ਕੌਣ ਹੁੰਦੇ ਆ ਫਿਲੋਸਫਰ, ਤਾਂ ਮੈਨੂੰ ਤਾਂ ਜਿੰਨਾ ਕੁ ਮੈਂ ਤਜਰਬਾ ਕੀਤਾ ਹੈ, ਫਿਲੋਸਫੀ ਨੂੰ ਮਾੜਾ ਮੋਟਾ ਜਿਹਾ ਦੇਖਿਆ ਹੈ, ਤਾਂ ਪੰਜਾਬੀ 'ਚ ਮੈਂ ਇਹ ਕਹੂੰਗਾ ਕਿ ਫਿਲੋਸਫਰ ਹਰ ਇੱਕ ਉਹ ਸ਼ਖਸ ਹੁੰਦਾ ਜਿਹੜਾ ਗੰਜੇ ਨੂੰ ਕੰਘੀ ਵੇਚਦੇ, ਬਸ, ਹੋਰ ਕੁਛ ਨਹੀਂ ਗਾ। ਇਹ ਆਪਣੀਆਂ ਗੱਲਾਂ 'ਚ ਤੁਹਾਨੂੰ ਉਦੋਂ ਤੱਕ ਲੈ ਕੇ ਜਾਂਦੇ ਆ, ਉਹਨਾਂ ਡੂੰਘਾ ਲੈ ਕੇ ਜਾਂਦੇ ਆ ਜਦੋਂ ਤੱਕ ਤੁਸੀਂ ਇਹਨਾਂ ਨੂੰ ਇਹ ਨਹੀਂ ਕਹਿ ਦਿੰਦੇ ਕਿ ਗੁਰੂ ਜੀ ਤੁਸੀਂ ਗ੍ਰੇਟ ਹੋ। ਇਸ ਕਰਕੇ ਇਹੋ ਜਿਹਾ ਜੇ ਕਦੀ ਫਿਲੋਸਫਰ ਤੁਹਾਡੀ ਜ਼ਿੰਦਗੀ 'ਚ ਟੱਕਰ ਜੇ ਤਾਂ ਉਹਨੂੰ ਛੇਤੀ ਤੋਂ ਛੇਤੀ ਟਾਟਾ ਬਾਏ ਬਾਏ ਕਹਿਣ ਦੀ ਕੋਸ਼ਿਸ਼ ਕਰਿਓ। ਅਦਰਵਾਈਜ਼ ਉਹ ਘਰ-ਬਾਰ ਤੋਂ ਲੈ ਕੇ ਸਾਡਾ ਕੀ ਕੁਛ ਉਜਾੜ ਸਕਦਾ ਹੈ, ਇਹ ਬਸ ਤੁਸੀਂ ਇਹ ਸਮਝ ਲਓ ਕਿ ਜਦੋਂ ਵੈਸੇ ਤੁਸੀਂ ਸਕੂਲਾਂ ਦੇ ਟੀਚਰ ਹੋ, ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ, ਪਰ ਹਰ ਸਕੂਲ 'ਚ ਤੁਸੀਂ ਨੋਟਿਸ ਕੀਤਾ ਹੋਣਾ ਕਿ ਜੇ ਇੱਕ ਸਕੂਲ 'ਚ 25-30 ਟੀਚਰਾਂ ਦਾ ਸਟਾਫ ਆ, 1-2 ਫਿਲੋਸਫਰ ਕਿੰਗ ਤੁਹਾਨੂੰ ਹਰ ਸਕੂਲ 'ਚ ਮਿਲ ਜਾਂਦੇ ਆ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਆਪਣਾ ਰਾਹ ਮੋੜ ਲੈਂਦੇ ਹੋ। ਬਸ ਉਹੀ ਹਿਸਾਬ ਕਿਤਾਬ ਇਹਨਾਂ ਫਿਲੋਸਫਰਸ ਦਾ ਸੀਗਾ ਕਿ ਜਿਹੜੇ ਇਹਨਾਂ ਦੇ ਡਿੱਕੇ ਚੜ੍ਹੇ ਆ, ਠੀਕ ਆ, ਲਾਇਆ ਉਹਨਾਂ ਨੇ ਸਿਰ ਹੀ ਹੈ ਕੰਮ। ਆ ਜਾਓ ਹੁਣ ਅੱਗੇ ਅਗਲੀ ਗੱਲ। ਹੁਣ ਤੁਸੀਂ ਇੱਥੋਂ ਹੀ ਦੇਖ ਸਕਦੇ ਹੋ ਯਾਰ, ਉਹੀ ਗੱਲ ਆ ਜਿਹੜੀ ਉਹਦੀ ਮੈਟਾਫਿਜ਼ਿਕਸ ਆ, ਉਹੀ ਐਪਿਸਟੋਮੋਲੋਜੀ ਆ। ਹਾਂ, ਐਕਸੀਓਲੋਜੀ ਤੱਕ ਜਦੋਂ ਮੈਂ ਪੜ੍ਹਾ ਰਿਹਾ ਸੀ ਉਦੋਂ ਤੱਕ ਤੇ ਮੰਨ ਗਿਆ ਮੈਂ ਗੱਲ, ਠੀਕ ਆ, ਕਿ ਬਈ ਹਾਂ ਇਹਦਾ ਐਲੀਮੈਂਟਰੀ ਕਰਕਸ ਕੀ ਆ, ਇਹਦੀ ਐਪਿਸਟੋਮੋਲੋਜੀ ਕੀ ਆ, ਇਹਦੀ ਐਕਸੀਓਲੋਜੀ ਕੀ ਆ। ਉਸ ਤੋਂ ਬਾਅਦ ਤਾਂ ਸਾਰਾ ਕੁਝ ਰਿਪੀਟ ਹੋ ਗਿਆ ਨਾ। ਫਿਰ ਆ ਕੇ ਅਗਲੀ ਗੱਲ ਕਿ ਆਤਮਾ ਸਪਿਰਿਚੁਅਲ ਐਲੀਮੈਂਟ ਆ ਤੇ ਗੋਡ ਸੁਪਰੀਮ ਆ ਤੇ ਪਰਮਾਤਮਾ ਨੇ ਹੀ ਆਤਮਾ ਨੂੰ ਪ੍ਰਾਪਤ ਕੀਤਾ ਹੈ। ਵੈਸੇ ਮੈਨੂੰ ਇੱਕ ਗੱਲ ਦੱਸਾਂ, ਜੇ ਤੁਸੀਂ ਤੁਹਾਡੇ ਚੋਂ ਜਾਂ ਆਪਣੇ ਚੋਂ ਬੜੇ ਲੋਕਾਂ ਦੀ ਆਦਤ ਹੁੰਦੀ ਆ ਇਹ ਜਦੋਂ ਆਪਾਂ ਸਵੇਰੇ ਉਹ ਵਿਚਾਰ ਨਹੀਂ ਆਪਣਾ ਆਉਂਦਾ, ਹੁਕਮਨਾਮਾ ਆਉਂਦਾ ਹੈ ਗੁਰਦੁਆਰਾ ਸਾਹਿਬਾਨ ਤੋਂ, ਹੁਕਮਨਾਮਾ ਜਾਰੀ ਹੁੰਦਾ ਜਿਹੜਾ, ਅਸੀਂ ਉਹ ਪੜ੍ਹਦੇ ਹਾਂ।
ਜੇ ਤੁਸੀਂ ਗੁਰਦੁਆਰੇ ਮੱਥਾ ਟੇਕਣ ਜਾਓ ਤੇ ਸਵੇਰੇ ਸਵੇਰੇ ਉਹ ਹੁਕਮਨਾਮਾ ਪੜ੍ਹੋ, ਤਾਂ ਆਪਾਂ ਨੂੰ ਨਾ ਹੁਣ ਅੱਜ ਤੋਂ ਬਾਅਦ ਹਰ ਹੁਕਮਨਾਮਾ ਪੜ੍ਹਨ ਦੀ ਕੋਸ਼ਿਸ਼ ਕਰਿਆ ਕਰੋ ਤੇ ਉਸ ਹੁਕਮਨਾਮੇ ਦੇ ਥੱਲੇ ਜਿਹੜਾ ਕਰਕਸ ਲਿਖਿਆ ਹੁੰਦਾ ਉਹਨੂੰ ਪੜ੍ਹਿਆ ਕਰੋ, ਠੀਕ ਆ। ਅਕਸਰ ਇਹੋ ਜਿਹੀਆਂ ਜਦੋਂ ਸਟੇਟਮੈਂਟਾਂ ਲਿਖੀਆਂ ਹੁੰਦੀਆਂ ਕਿ ਆਤਮਾ ਪਤੀ ਰੂਪੀ ਪਰਮਾਤਮਾ ਤੇ ਪਤਨੀ ਰੂਪੀ ਆਤਮਾ, ਅਸਲ 'ਚ ਜਿਸ ਲਹਿਜੇ 'ਚ ਉਹ ਗੱਲਾਂ ਲਿਖੀਆਂ ਹੋਈਆਂ ਹੁਣ ਤੁਸੀਂ ਸਾਫ਼ ਪਤਾ ਲੱਗ ਜਾਊਗਾ ਕਿ ਉਹ ਜਿਸ ਗੁਰੂ ਦੀ ਬਾਣੀ ਆ ਉਹ ਗੁਰੂ ਆਈਡਲਿਸਟਿਕ ਹੋਊਗਾ। ਜਿਹੜਾ ਵੀ ਸ਼ਖਸ ਪਤੀ ਪਤਨੀ ਦੇ ਰਿਲੇਸ਼ਨ ਤੇ ਆਤਮਾ ਤੇ ਪਰਮਾਤਮਾ ਦੇ ਰਿਲੇਸ਼ਨ ਨੂੰ ਇੱਕ ਬਰਾਬਰ ਤੋਲਦਾ ਹੈ, ਇਹਦਾ ਮਤਲਬ ਉਹ ਆਤਮਾ ਤੇ ਪਤਨੀ ਤੇ ਪਰਮਾਤਮਾ ਤੇ ਪਤੀ ਨੂੰ ਆਪਸ ਦੇ ਵਿੱਚ ਇੱਕੋ ਬਰਾਬਰ ਦੇ ਰੱਖਦਾ ਹੈ। ਜਿੰਨਾ ਸਾਫ਼ ਤੇ ਸੱਚਾ ਸੁੱਚਾ ਰਿਸ਼ਤਾ ਇੱਕ ਪਤੀ ਪਤਨੀ ਦਾ ਹੁੰਦਾ ਹੈ, ਉਸੇ ਹਿਸਾਬ ਦਾ ਹੀ ਰਿਸ਼ਤਾ ਉਹ ਆਤਮਾ ਤੇ ਪਰਮਾਤਮਾ ਦਾ ਮੰਨ ਕੇ ਚੱਲਦਾ ਹੈ। ਤੁਸੀਂ ਕਦੀ ਆਤਮਾ ਨਹੀਂ ਦੇਖੀ ਤੇ ਦੇਖਿਆ ਆਪਾਂ ਕਦੀ ਪਰਮਾਤਮਾ ਵੀ ਨਹੀਂ। ਆਪਾਂ ਸਿਰਫ ਪਰਮਾਤਮਾ ਬਾਰੇ ਸੁਣਿਆ ਹੈ ਜਾਂ ਅਸੀਂ ਪਰਮਾਤਮਾ ਤੇ ਯਕੀਨ ਕੀਤਾ ਹੈ। ਨੋ ਡਾਊਟ ਜੇ ਤੁਹਾਡੇ ਚੋਂ ਕਿਸੇ ਦਾ ਯਕੀਨ ਨਹੀਂਗਾ, ਉਹਦੀ ਵੀ ਉਨੀ ਇੱਜ਼ਤ ਕਰਨੀ ਚਾਹੀਦੀ ਹੈ ਜਿੰਨੀ ਉਹਦੀ ਇੱਜ਼ਤ ਕਰਨੀ ਹੈ, ਜਿੰਨੀ ਪਰਮਾਤਮਾ ਤੇ ਯਕੀਨ ਕਰਨ ਵਾਲੇ ਦੀ ਇੱਜ਼ਤ ਕਰਨੀ ਹੈ। ਆਪਾਂ ਅਸੀਂ ਆਪਣੇ ਹੀ ਪਤੀ ਪਤਨੀ ਦੇ ਰਿਸ਼ਤੇ ਦੀ ਪਵਿੱਤਰਤਾ ਤੋਂ ਆਤਮਾ ਤੇ ਪਰਮਾਤਮਾ ਦੇ ਰਿਸ਼ਤੇ ਦੀ ਪਵਿੱਤਰਤਾ ਦਾ ਪਤਾ ਕਰ ਸਕਦੇ ਹਾਂ। ਇਟ ਮੀਨਸ ਇਸ ਤਰੀਕੇ ਦੀਆਂ ਗੱਲਾਂ ਕਰਨ ਵਾਲਾ ਕਵੀ ਜਿਹੜਾ ਹੈ ਉਹ ਆਈਡਲਿਸਟਿਕ ਹੀ ਹੋ ਸਕਦਾ ਹੈ, ਉਹ ਆਦਰਸ਼ਵਾਦੀ ਹੀ ਹੋ ਸਕਦਾ ਹੈ। ਦੇਖੋ ਕਿੰਨਾ ਆਦਰਸ਼ਵਾਦੀ ਹੋਊਗਾ ਕਿ ਉਹ ਦੂਜੇ ਦੋ ਜਾਣਿਆਂ ਦਾ ਰਿਸ਼ਤਾ ਆਪਣੇ ਕਿਸੇ ਨਾਲ ਰਿਸ਼ਤੇ ਤੋਂ ਕੰਪੇਅਰ ਕਰ ਰਿਹਾ ਹੈ। ਦੁਨਿਆਵੀ ਦੁਨੀਆ ਨਾਲ ਉਹ ਦੂਜੀ ਦੁਨੀਆ ਦੇ ਇੱਕ ਰਿਸ਼ਤੇ ਨੂੰ ਕੰਪੇਅਰ ਕਰ ਰਿਹਾ। ਇਸ ਤੋਂ ਵੱਡਾ ਆਦਰਸ਼ਵਾਦੀ ਕੀ ਹੋਊਗਾ? ਆਈਡਲਿਸਟਾਂ ਦੀ ਆਹੀ ਨਿਸ਼ਾਨੀ ਹੁੰਦੀ ਆ, ਲਾਈਨ ਪੜ੍ਹਨ ਦੀ ਲੋੜ ਹੀ ਨਹੀਂ। ਇੱਕ ਗੱਲ ਹੋਰ, ਇਸ ਦੁਨੀਆ ਬਾਰੇ ਆਦਰਸ਼ਵਾਦੀ ਕੋਈ ਗੱਲ ਕਰਦੇ ਆ? ਕਿਉਂ ਨਹੀਂ ਕਰਦੇ? ਉਹ ਇੱਕ ਗੱਲ ਕਹਿੰਦੇ ਆ ਕਿ ਹਾਂ ਇਨਸਾਨ ਪਰਮਾਤਮਾ ਦੀ ਹੀ ਉਤਪੱਤੀ ਆ, ਤੇ ਇਹ ਵੀ ਗੱਲ ਕਹਿੰਦੇ ਆ ਕਿ ਇਨਸਾਨ ਪਰਮਾਤਮਾ ਦੀ ਸਭ ਤੋਂ ਵੱਡੀ ਉਤਪੱਤੀ ਆ। ਤੇ ਇੱਕ ਗੱਲ ਇਹ ਵੀ ਆ ਕਿ ਸਮਾਜ ਉਹਨੂੰ ਕਦੇ ਵੀ ਵਿਗਾੜ ਸਕਦਾ ਹੈ, ਤੇ ਜੇ ਸਮਾਜ ਉਹਨੂੰ ਵਿਗਾੜ ਸਕਦਾ ਹੈ ਤੇ ਉਹਨੂੰ ਡਿਸਿਪਲਿਨ 'ਚ ਰੱਖਣਾ ਬਹੁਤ ਜ਼ਰੂਰੀ ਆ ਜੇ ਉਹਨੂੰ ਬਚਾ ਕੇ ਰੱਖਣਾ ਹੈ। ਇਹਦਾ ਮਤਲਬ ਇਹ ਨਾ ਹੋਵੇ ਕਿ ਹੁਣ ਸਵੇਰੇ ਉੱਠਦੇ ਜਵਾਕ ਦੇ ਦੋ ਲਾ ਦਿਓ ਕਿ ਬਈ ਡਿਸਿਪਲਿਨ 'ਚ ਰੱਖਣਾ ਜ਼ਰੂਰੀ ਹੈ, ਇਹਨੂੰ ਪਰਮਾਤਮਾ ਨੇ ਇਹਨੂੰ ਇਸ ਸ੍ਰਿਸ਼ਟੀ 'ਤੇ ਭੇਜਿਆ, ਦੁਨੀਆ 'ਤੇ ਭੇਜਿਆ ਹੈ। ਤਾਂ ਕਿਉਂਕਿ ਗੁੱਸਾ ਨਾ ਕਰਿਓ, ਅੱਗੇ ਜਾ ਕੇ ਆਪਾਂ ਇਸ ਗੱਲ 'ਤੇ ਡਿਸਕਸ਼ਨ ਵੀ ਕਰਾਂਗੇ ਕਿ ਅੱਜ ਦੇ ਜ਼ਮਾਨੇ 'ਚ ਜਦੋਂ ਅਸੀਂ ਅੱਜ ਦੀ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਨਾ, ਤਾਂ ਅਸੀਂ ਇਸ ਥਿਊਰੀ ਨੂੰ ਸੌਰੀ ਥੋੜੀ ਜਿਹੀ ਟੈਕਨੀਕਲ ਪ੍ਰੋਬਲਮ ਆ ਗਈ, ਠੀਕ ਆ, ਇਹਨੂੰ ਵੇਟ ਕਰਦੇ ਹਾਂ। ਆਪਾਂ ਆਪਣੀ ਗੱਲ ਨੂੰ ਕੈਰੀ ਔਨ ਕਰਦੇ ਹਾਂ ਕਿ ਅਸੀਂ ਇਸ ਥਿਊਰੀ ਨੂੰ ਅੱਜ ਦੇ ਜ਼ਮਾਨੇ 'ਚ ਖਾਰਜ ਕਰ ਚੁੱਕੇ ਹਾਂ। ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਅੱਜ ਆਪਣੇ ਬੱਚਿਆਂ ਨੂੰ ਕਿਹੜੇ ਸਕੂਲਾਂ 'ਚ ਭੇਜਣਾ ਪਸੰਦ ਕਰਦੇ ਹੋ? ਤੁਸੀਂ ਅੱਜ ਆਪਣੇ ਸਕੂਲਾਂ ਨੂੰ ਚੰਗੇ ਇੰਗਲਿਸ਼ ਮੀਡੀਅਮ ਮਹਿੰਗੇ ਸਕੂਲਾਂ 'ਚ ਭੇਜਣਾ, ਚੰਗੇ ਵਰਡ ਤਾਂ ਨਹੀਂ ਵਰਤੂੰਗਾ ਮੈਂ, ਅੰਗਰੇਜ਼ੀ ਮੀਡੀਅਮ ਜਿੱਥੇ ਮਤਲਬ ਕਿ ਮਹੀਨੇ ਦੀ ਫੀਸ ਵੀ 5000 ਆ, ਉੱਥੇ ਭੇਜਣਾ ਪਸੰਦ ਕਰਦੇ ਹੋ? ਪਤਾ ਕਿਉਂ ਭੇਜਣਾ ਉੱਥੇ ਪਸੰਦ ਕਰਦੇ ਹੋ? ਉਹਦੀ ਇੱਕ ਵਜ੍ਹਾ ਹੈ। ਤੁਸੀਂ ਉੱਥੇ ਆਪਣੇ ਬੱਚਿਆਂ ਨੂੰ ਭੇਜਣਾ ਇਸ ਕਰਕੇ ਪਸੰਦ ਕਰਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਉਹ ਤੁਹਾਡੇ ਬੱਚੇ ਨੂੰ ਨੈਚੁਰਲਿਜ਼ਮ ਦੀ ਥਿਊਰੀ ਦੇ ਅਕੋਰਡਿੰਗ ਪੜ੍ਹਾਉਣਗੇ, ਅਕੋਰਡਿੰਗ ਟੂ ਨੇਚਰ, ਅਕੋਰਡਿੰਗ ਟੂ ਸਰਕਮਸਟੈਂਸਿਸ, ਠੀਕ ਹੈ। ਤੁਸੀਂ ਨਹੀਂ ਕਦੀ ਚਾਹੁੰਦੇ ਕਿ ਉਹ ਤੁਹਾਡੇ ਬੱਚੇ ਨੂੰ ਡਿਸਿਪਲਿਨ 'ਚ ਲੈ ਕੇ ਆਉਣ ਵਾਸਤੇ ਸਖਤੀ ਕਰਨ। ਤੁਸੀਂ ਕਦੇ ਨਹੀਂ ਚਾਹੁੰਦੇ ਕਿ ਉਹ ਤੁਹਾਡੇ ਬੱਚੇ ਨੂੰ ਇਸ ਕਿਸੇ ਲੈਵਲ ਦੀ ਸਖਤੀ ਕਰਨ ਜਿਹੜੀ ਕਿ ਡਿਸਿਪਲਿਨ, ਬੜਾ ਸਖਤ ਜਿਹਾ ਡਿਸਿਪਲਿਨ ਜੋ ਕਿ ਆਈਡਲਿਜ਼ਮ ਦੀ ਰਿਕੁਆਇਰਮੈਂਟ ਆ, ਨੈਚੁਰਲਿਜ਼ਮ ਦੀ ਰਿਕੁਆਇਰਮੈਂਟ ਨਹੀਂ ਹੈਗੀ, ਉਹ ਆਈਡਲਿਜ਼ਮ ਦੀ ਰਿਕੁਆਇਰਮੈਂਟ ਆ। ਇਸੇ ਕਰਕੇ ਤਾਂ ਕਿਹਾ ਜਾਂਦਾ ਕਿ ਨੈਚੁਰਲਿਜ਼ਮ ਅੱਜ ਦੇ ਜ਼ਮਾਨੇ ਦੇ ਅਕੋਰਡਿੰਗ ਰੈਲੀਵੈਂਟ ਆ। ਬਟ ਜੇ ਮੈਂ ਕਹਾਂ ਕਿ ਅੱਜ ਦੇ ਜ਼ਮਾਨੇ ਦੇ ਅਕੋਰਡਿੰਗ ਹਾਂਜੀ ਕਿ ਅੱਜ ਦੇ ਜ਼ਮਾਨੇ ਦੇ ਅਕੋਰਡਿੰਗ ਆਈਡਲਿਜ਼ਮ ਉਹਨਾਂ ਰੈਲੀਵੈਂਟ ਹੈਗਾ ਤਾਂ ਬਿਲਕੁਲ ਨਹੀਂ ਹੈਗਾ। ਪ੍ਰੈਕਟੀਕਲ ਆ, ਤੁਹਾਡੇ ਸਾਹਮਣੇ ਦੱਸਦਾ, ਮੈਂ ਤੁਹਾਨੂੰ ਪ੍ਰੂਵ ਵੀ ਕਰਕੇ ਦੱਸਦਾ ਯਾਰ ਕਿ ਕਿਉਂ ਨਹੀਂ ਹੈਗਾ। ਨੈਕਸਟ ਅੱਗੇ ਆ ਜਾਓ ਹੁਣ ਅੱਗੇ। ਹਿਊਮਨ ਇਜ਼ ਦੀ ਬੈਸਟ ਕੰਪੋਜੀਸ਼ਨ। ਅੱਗੇ ਹਿਊਮਨ ਡਿਵੈਲਪਮੈਂਟ ਡਿਪੈਂਡਸ ਅਪਨ ਇਟਸ ਫਿਜ਼ੀਕਲ ਐਂਡ ਸਪਿਰਿਚੁਅਲ ਪਾਵਰਸ। ਹੁਣ ਮੈਂ ਬਿਲਕੁਲ ਗੱਲ ਨਹੀਂ ਦੱਸਣੀ ਕਿ ਇਨਸਾਨ ਦੀ ਜਿਹੜੀ ਉਤਪੱਤੀ ਆ ਬੇਸ਼ੱਕ ਉਹਦੇ ਸਰੀਰ ਦੇ ਅਕੋਰਡਿੰਗ ਹੁੰਦੀ ਆ, ਉਹਦੇ ਆਰਗਨਸ ਦੇ ਅਕੋਰਡਿੰਗ, ਪਰ ਉਨੀ ਹੀ ਇੰਪੋਰਟੈਂਟ ਜਿਹੜੀ ਆ ਉਹਦੀ ਸਪਿਰਿਚੁਅਲ ਪਾਵਰ ਆ, ਜਿਸ ਤੋਂ ਬਿਨਾਂ ਕਿ ਉਹ ਬਿਲਕੁਲ ਵੀ ਵਿਕਾਸ ਨਹੀਂ ਕਰ ਸਕਦਾ, ਸੱਭਿਅਕ ਨਹੀਂ ਹੋ ਸਕਦਾ, ਠੀਕ ਆ। ਅਗਲੀ ਗੱਲ, ਉਹ ਹੋਰ ਕਿਸੇ ਵੀ ਤਰੀਕੇ ਦਾ ਰਿਲੀਜਨ ਵਗੈਰਾ, ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਆ। ਤਾਂ ਕਿਉਂ ਜ਼ਰੂਰੀ ਆ? ਸਿਰਫ ਉਹਦਾ ਸਰੀਰ ਦਾ ਵਧਣਾ ਹੀ ਜ਼ਰੂਰੀ ਨਹੀਂਗਾ, ਉਹਦਾ ਅਧਿਆਤਮਿਕ ਵਿਕਾਸ ਵੀ ਉਨਾ ਹੀ ਜ਼ਰੂਰੀ ਆ। ਹੁਣ ਤੁਸੀਂ ਪੁੱਛੋਗੇ ਕਿਉਂ? ਭਈ ਇਸ ਕਰਕੇ ਕਿਉਂਕਿ ਜੇ ਉਹਦਾ ਅਧਿਆਤਮਿਕ ਵਿਕਾਸ ਨਾ ਹੋਇਆ ਤਾਂ ਫਿਰ ਉਹ ਸੈਲਫ ਰੀਅਲਾਈਜੇਸ਼ਨ, ਮੁਕਤੀ ਨਹੀਂ ਪ੍ਰਾਪਤ ਕਰ ਸਕਦਾ। ਅੱਗੇ ਆ ਜਾਓ ਹੁਣ, ਹੁਣ ਇਹਦੇ 'ਚ ਕੀ ਪੜ੍ਹਾਵਾਂ ਮੈਂ? ਸੇਮ ਆਹੀ ਤਾਂ ਪਹਿਲਾਂ ਪੜ੍ਹਾ ਕੇ ਹਟਿਆ ਹੋਇਆ ਕਿ ਭਾਈ ਜ਼ਿੰਦਗੀ ਇਹਦੇ ਅਕੋਰਡਿੰਗ, ਆਈਡਲਿਜ਼ਮ ਦੇ ਅਕੋਰਡਿੰਗ ਸਭ ਤੋਂ ਮਕਸਦ ਜ਼ਰੂਰੀ ਆ ਸੈਲਫ ਰੀਅਲਾਈਜੇਸ਼ਨ, ਮੁਕਤੀ ਪ੍ਰਾਪਤ ਕਰਨਾ, ਤੇ ਅਟੇਨਮੈਂਟ ਆਫ ਗੋਡ, ਪਰਮਾਤਮਾ ਦੀ ਪ੍ਰਾਪਤੀ। ਮੈਂ ਵਾਰ-ਵਾਰ ਇੱਕੋ ਹੀ ਗੱਲ ਕਹਿ ਰਿਹਾ ਕਿ ਆਈਡਲਿਜ਼ਮ 'ਚ ਤੁਹਾਨੂੰ ਕੁਝ ਨਹੀਂ ਲੱਭਣਾ, ਠੀਕ ਆ। ਨੈਕਸਟ, ਹੁਣ ਸੈਲਫ ਰੀਅਲਾਈਜੇਸ਼ਨ ਵਾਸਤੇ ਕੀ ਕਰਨਾ ਪਊਗਾ? ਕਹਿੰਦਾ ਤੁਹਾਨੂੰ ਆਪਣੀਆਂ
ਆਹ ਚੀਜ਼ਾਂ ਦੀ ਲੋੜ ਆ, ਸਤਿਅਮ ਸ਼ਿਵਮ ਸੁੰਦਰਮ ਦੀ। ਆਹੀ ਗੱਲ ਫੇਰ ਆ ਗਈ। ਹੁਣ ਤੁਸੀਂ ਕਹੋਗੇ ਮਾੜਾ ਜਿਹਾ ਸਤਿਅਮ ਸ਼ਿਵਮ ਸੁੰਦਰਮ ਬਾਰੇ ਦੱਸ ਦਿਓ। ਸਤਿਅਮ ਸ਼ਿਵਮ ਸੁੰਦਰਮ ਦਾ ਮਤਲਬ ਹੀ ਇਹ ਆ, ਸਾਡੇ ਵੇਦੰਤਾ ਉਪਨਿਸ਼ਦ ਚੋਂ ਲਈ ਗਈ ਲਾਈਨ ਹੈ, ਜਿਹਦਾ ਅਸਲੀ ਮਕਸਦ ਆ ਕਿ ਪ੍ਰਮਾਤਮਾ ਸੱਚਾ ਹੈ, ਪ੍ਰਮਾਤਮਾ ਮਹਾਨ ਆ, ਪ੍ਰਮਾਤਮਾ ਹੀ ਸੁੰਦਰ ਆ। ਸੰਸਕ੍ਰਿਤ 'ਚ ਲਿਖੀ ਹੋਈ ਇਸ ਲਾਈਨ ਦਾ ਮਤਲਬ ਇਹ ਆ ਕਿ ਪ੍ਰਮਾਤਮਾ ਸਰਵ ਸ੍ਰੇਸ਼ਟ ਆ, ਪ੍ਰਮਾਤਮਾ ਸੁੰਦਰ ਆ ਤੇ ਪ੍ਰਮਾਤਮਾ ਮਹਾਨ ਆ। ਇਟ ਮੀਨਸ ਆਹੀ ਤਿੰਨ ਗੱਲਾਂ ਜਿਹੜੀਆਂ ਨੇ, ਜੇ ਤੁਸੀਂ ਇਸ ਗੱਲ ਨੂੰ ਸਮਝ ਲਿਆ, परमात्मा बारे परमात्मा की सर्वश्रेष्ठता नूं स्वीकार कर लिया, परमात्मा की सुंदरता नूं स्वीकार कर लिया, तो परमात्मा ही अखीरला सच आ। इट मीनस जिहड़ी चीज़ लास्ट ते अल्टीमेट ट्रुथ होवे तुसीं उहनूं ही तां प्राप्त करने की कोशिश करते हो। सो उत्थों तुहानूं ये कहानी क्लीयर हो जाऊगी कि यस साडे वास्ते ये जरूरी है। उस तो बाद हाँ इत्थे आके एक गल जरूर हैगी मैनूं जिहड़ी कि इंपॉर्टेंट हैगी है दसनी, कहंदा राज स्टेट की हुंदी है भला, इत्थे पंजाब ना कह दिओ। स्टेट का मतलब आ कि थोड़े आले दुआले थोड़ा राज, जिस सिस्टम च स्टेट की हुंदी है, स्टेट इज़ ए पोलिटिकल एंटिटी। स्टेट एक अजिही पोलिटिकल एंटिटी आ, ठीक आ, जिहड़ी जिन्हें वो सिस्टम तैयार किया होया है, पोलिटिकल सिस्टम सोशल सिस्टम तैयार किया होया जिहदे तुसीं रह रहे हो। कहता स्टेट ही सुप्रीम अथॉरिटी आ। सो एक गल बहुत इंपॉर्टेंट आ, प्लेटो भी ये गल मानता सी कि जे एक शख्स स्टेट विच ना रहे, ठीक आ, स्टेट के बनाए हुए नियमां के अकॉर्डिंग ना रहे तो फिर वो बहुता विकास कर भी नहीं सकता। वजह वो चाहता सी कि आइडलिज्म की थ्योरी कहती है कि एक बंदे ने जे इस धरती पर रहना है, मटीरीअलिस्टिक वर्ल्ड च जिन्ना चिर रहना है तो डिसिपलिन च रहे। तो डिसिपलिन च उदों तक नहीं रह सकता बंदा जदों तक उहदे ते कोई अथॉरिटी है नहीं। इस करके किसी होर दी अथॉरिटी नालों वो स्टेट की अथॉरिटी ते ज़्यादा यकीन करता है। बस आही गल कहनी चाहना मैं तुहानूं। ते उन्हें कहा कि हाँ जिहड़े लॉ स्टेट बनाऊगी उहदे बारे एक गल पक्की, कहंदा वो विचारां ते आत्मा परमात्मा की जिहड़ी सौल की गल आ जिहड़ी, ठीक आ, आत्मा दे अकॉर्डिंग जां जिहड़े परम सच परमात्मा दे बनाए हुए लॉ आ उही स्टेट नूं बनाउणे चाहीदे आ। उन्हां दे अकॉर्डिंग ही स्टेट नूं अथॉरिटी बनना चाहिए है जां स्टेट नूं राज करना चाहिए है। बस यही गल ही उन्हें दसी आ। ते फिर ये भी गल कही आ कि स्टेट ही असली अथॉरिटी आ, ते फिर स्टेट की अथॉरिटी नूं लोकां नूं स्वीकार भी करना चाहिए है। स्टेट ही असली अथॉरिटी आ, पर स्टेट के बनाए हुए लॉ अकॉर्डिंग टू गॉड होने चाहिए आ, स्पिरिचुअल पावर होने चाहिए है। ये भी गल पल्ले बन लियो, ठीक आ। आ गई अपन गल हो गई क्लीयर। नैक्सट उस तो बाद अगे अपने को आ गया कि एम ऑफ एजुकेशन, जिहड़े आइडलिस्टिक आ उन्हां दे हिसाब नाल एजुकेशन का एम की आ, आइडलिस्टां दे हिसाब नाल एजुकेशन का एम की आ। ओ यार हुण की दसां मैं तुहानूं, मुक्ति प्राप्त करना कि उन अध्यात्मक विकास होवे लोगों का, ठीक आ, सच ते परमात्मा की सुंदरता ते चंगियाई का लोगों को पता लगे, ठीक आ कहानी आ। करिकुलम इन्हां दे अकॉर्डिंग करिकुलम च किहड़े सबजैक्ट बहुत जरूरी है, साइंस मैथ दे तां नेड़े नहीं लंघदे, ठीक आ, ज़्यादा ह्यूमनिस्टिक सबजैक्टां दे ज़्यादा फोकस करते हैं। लैंगुएज लिटरेचर हिस्टरी इन्हां चीज़ों पर फोकस करते हैं। इन्हां दे अकॉर्डिंग आर्ट एंड पोएट्री ते रिलीजन ते एथिक्स ये मेन इन्हां दे करिकुलम के पोर्शन होने चाहिए है। जे मैं गल करा डिसिपलिन तो ओबवियस जी गल आ, आइडलिस्टिक तुहानूं मैं दस्सिया सी कि तुसीं अज अपने बच्चों को सरकारी स्कूलों की बजाय प्राइवेट स्कूलों क्यों पढ़ा रहे हो, बिकॉज सरकारी स्कूलों जिहड़ी चीज़ करके सरकारी स्कूल जां साडे स्कूल जाने जाते सी वो की सी कि जवाक चूं नहीं सी करदा, उधरों जवाक की चूं आउंदी सी, उधरों तुहाडी चपेड़ आउंदी सी। ਜਿਹੜੇ डिसिपलिन करके ਤੁਹਾਡੇ ਸਕੂਲ ਮੰਨੇ ਜਾਂਦੇ ਸੀ ਅੱਜ ਉਸੇ डिसिपलिन ਦੇ ਚੱਕਰ 'ਚ ਤੁਹਾਡੇ ਮਾਸਟਰਾਂ 'ਚੋਂ ਕਈ ਮਾਸਟਰਾਂ ਮੈਡਮਾਂ ਦੇ ਪਰਚੇ ਹੋ ਜਾਂਦੇ ਆ ਕਿ ਜਵਾਕ ਉੱਠਦਾ, बिकॉज जिस थ्योरी ते तुसीं काम कर रहे सीगे उहनूं अज ये खारज करते जा रहे हैं। आइडलिज्म डिसिपलिन नूं किसी भी तरीके नाल मतलब ये कहता कि डिसिपलिन दे खराब होने नूं बर्दाश्त नहीं किया जाऊगा, ठीक आ। फ्रीडम जिहड़ी आ उहनूं रिस्ट्रिक्ट करन दी गल करदे आ ते ये बहुत ज़्यादा डिसिपलिन ते फोकस करता है। सो कुल मिला के जो आइडलिज्म नाल संबंधित गल्लां सीगियां वो अज मैं तुहाडे नाल कीतीआं, तां हुण तुसीं वेट करो। इस तो बाद असीं अगला लैक्चर छाते वास्ते शानदार लैके आवांगे कुदरतवाद ते नैचुरलिज्म ते बिल्कुल उल्ट सिद्धांत काम करता है आइडलिज्म तो। उम्मीद करदा कि अज दा लैक्चर बहुत वधिया समझ आया होऊगा, ठीक आ। ते तुसीं सानूं अपने सुझाव वगैरह दिंदे रहो तां जो असीं होर भी सुधार करिए ते हर एक पासे सुधार की गुंजाइश रखीए। धन्नवाद।